ਹਰ ਵੱਡਾ ਕੋਈ ਕੇਸ ਜਾਂ ਕੰਟਰੋਵਰਸੀਅਲ ਕੇਸ ਕੋਈ ਕਹਿ ਦਿੰਦਾ ਹੈ ਨਾ ਕਿ ਕੁੰਵਰ ਵਿਜੇ ਪ੍ਰਤਾਪ ਕੰਟਰੋਵਰਸੀ ਦੇ ਵਿੱਚ ਰਹਿੰਦੇ ਨੇ। ਕਿਉਂ ਜੀ? ਮੈਨੂੰ ਤਾਂ ਕੰਟਰੋਵਰਸੀਅਲ ਕੇਸ ਹੀ ਮਿਲਦਾ ਸੀ, ਹਾਈ ਪ੍ਰੋਫਾਈਲ ਕੇਸ ਮਿਲਦਾ ਸੀ ਜੀ। ਇੱਕ ਲਾਈਨ ਜੇਕਰ ਗਲਤ ਹੋ ਜਾਵੇ, ਜੋ ਮਰਜ਼ੀ ਕਰੋ, ਕੁਐਸ ਕਰੋ, ਮੈਂ ਵਿਧਾਇਕੀ ਵੀ ਛੱਡਣ ਵਾਸਤੇ ਤਿਆਰ ਸੀ। ਮੈਂ ਆਪਣੇ ਵਕੀਲ ਸਾਹਿਬ ਨੂੰ ਬੋਲ ਦਿੱਤਾ ਸੀ ਕਿ ਤੁਸੀਂ ਇਹ ਦੱਸ ਸਕਦੇ ਹੋ ਕਿ ਇੱਕ ਲਾਈਨ ਵੀ ਜੇਕਰ ਗਲਤ ਹੋ ਜਾਵੇ, ਹਾਈ ਕੋਰਟ ਦੇ ਆਰਡਰਾਂ ਦੀ ਉਲੰਘਣਾ ਹੋਈ। ਜਿਸ ਦਿਨ ਆਰਡਰ ਆਇਆ ਹੈ ਨਾ ਜੀ, ਉਸ ਦਿਨ ਜੋ ADGP ਜਾਂ DG ਸੀਗੇ ਨਾ, ਉਹ ਕਰ ਸਕਦੇ ਸੀ ਇਨਵੈਸਟੀਗੇਸ਼ਨ। ਤਾਂ ਫਸਟ ਪੁਆਇੰਟ ਆਫ ਟਾਈਮ ਦੇਖੋ ਇੱਥੇ ਗੜਬੜੀ ਹੋਈ। ਇੱਥੇ ਇੰਟੈਂਸ਼ਨ ਤੁਸੀਂ ਦੇਖੋ, ਕਮਜ਼ੋਰ ਹੀ ਇੰਨਾ ਹੋ ਚੁੱਕਾ ਹੈ, ਐਵੀਡੈਂਸ ਕਮਜ਼ੋਰ ਹੀ ਇੰਨਾ ਹੋ ਚੁੱਕਾ ਹੈ। ਗਵਾਹਾਂ ਦੀ ਜਿਹੜੀ ਮੌਜੂਦਗੀ ਨਾ ਮੌਜੂਦਗੀ ਜਿਹੜੀ ਹੈ ਉਹ ਆਪਣੇ ਆਪ 'ਚ ਮਹੱਤਵਪੂਰਨ ਹੈ। ਉਸ ਨਜ਼ਰੀਏ ਤੋਂ ਇਹ ਭਾਵੇਂ ਫਰੈਂਡਲੀ ਚਲਾਨ ਹੈ, ਦੋ ਐਸਪੈਕਟ ਹੈ ਇਸ ਚੀਜ਼ ਦਾ ਜੀ। ਫਰੈਂਡਲੀ ਚਲਾਨ ਦੇਣ ਦਾ ਫੈਸਲਾ ਉਦੋਂ ਸਰਕਾਰ ਨੇ ਕਰ ਲਿਆ ਸੀ। ਦੈਨਿਕ ਸਵੇਰਾ ਟੀਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਅੱਜ ਦੀ ਇੱਕ ਜਿਹੜੀ ਸਭ ਤੋਂ ਵੱਡੀ ਜਾਂ ਤਾਜ਼ਾ ਖਬਰ ਕਹਿ ਲਓ ਉਹ ਇਹ ਹੈ ਕਿ ਕੋਟਕਪੂਰਾ ਗੋਲੀकांड ਜੋ ਕਿ ਸਾਲ 2015 ਚ ਵਾਪਰਿਆ ਸੀ, ਉਸ ਸੰਬੰਧੀ ਪਿਛਲੀ 24 ਫਰਵਰੀ ਨੂੰ ਜੋ ਵਿਸ਼ੇਸ਼ ਜਾਂਚ ਟੀਮ ਹੈ ਉਸਨੇ ਆਪਣੀ ਚਾਰਜਸ਼ੀਟ ਜਿਹੜੀ ਦਾਖਲ ਕਰ ਦਿੱਤੀ ਸੀ ਅਦਾਲਤ 'ਚ। ਉਸ ਵਕਤ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸ ਵਕਤ ਦੇ ਡਿਪਟੀ CM ਤੇ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਮ ਸ਼ਾਮਲ ਕੀਤੇ ਗਏ ਸਨ ਤੇ ਉਹਨਾਂ ਨੂੰ 23 ਮਾਰਚ ਵਾਸਤੇ ਜਿਹੜੇ ਹੈ ਅਦਾਲਤ ਤੋਂ ਸਮਨ ਕੀਤੇ ਹੋਏ ਨੇ। ਉਸ ਤੋਂ ਪਹਿਲਾਂ ਹੀ ਦੋਵੇਂ ਬਾਦਲ ਯਾਨੀ ਕਿ ਸੀਨੀਅਰ ਬਾਦਲ ਤੇ ਜੂਨੀਅਰ ਬਾਦਲ ਅੱਜ ਕੋਟਕਪੂਰਾ ਦੀ ਅਦਾਲਤ 'ਚ ਪਹੁੰਚ ਗਏ ਨੇ ਪੇਸ਼ਗੀ ਜ਼ਮਾਨਤ ਦੇ ਲਈ, ਜਿਸ ਤੇ 14 ਮਾਰਚ ਨੂੰ ਸੁਣਵਾਈ ਹੋਣੀ ਹੈ। ਇਹ ਤਾਂ ਸੀ ਅੱਜ ਦੀ ਖਬਰ। ਇਸ ਖਬਰ ਦਾ ਪਿਛੋਕੜ ਹੈ ਉਹੀ ਸਾਲ 2015 ਦਾ ਬਹੁਤ ਚਰਚਿਤ ਕੋਟਕਪੂਰਾ ਤੇ ਬਾਈਬਲ ਕਲਾਂ ਗੋਲੀकांड। ਇਸ ਮਾਮਲੇ 'ਚ ਆਪਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਸਿੱਟ ਨੇ ਜੋ ਇੱਕ ਨਵੀਂ ਜਿਹੜੀ ਹੈਗੀ ਹੈ ਚਾਰਜਸ਼ੀਟ ਦਾਖਲ ਕੀਤੀ ਹੈ, ਉਸ ਦੇ ਵਿੱਚ ਉਸ ਵਕਤ ਦੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਯਾਨੀ ਕਿ ਬਾਦਲ ਪਿਓ ਪੁੱਤਰ ਨੂੰ ਸ਼ਾਮਲ ਕਰਕੇ ਇੱਕ ਤਰ੍ਹਾਂ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਭੁਚਾਲ ਤਾਂ ਨਹੀਂ ਕਹਾਂਗੇ, ਸਿਆਸਤ ਗਰਮਾ ਦਿੱਤੀ ਹੈ। ਪਰ ਕੀ ਇਹ ਕਾਫੀ ਹੈ? ਕਿ ਇਸ ਨਾਲ ਜੋ ਗੱਲ ਇਨਸਾਫ ਦੀ ਤੁਰੀ ਆਉਂਦੀ ਹੈ, ਮੋਰਚੇ ਲੱਗ ਰਹੇ ਨੇ, ਸਰਕਾਰਾਂ ਡਿੱਗੀਆਂ ਵੀ ਨੇ, ਸਰਕਾਰਾਂ ਬਣੀਆਂ ਵੀ ਨੇ, ਮੁੱਖ ਮੰਤਰੀ ਬਣੇ ਵੀ ਨੇ, ਮੁੱਖ ਮੰਤਰੀਆਂ ਦੀ ਕੁਰਸੀਆਂ ਵੀ ਗਈਆਂ ਨੇ ਤੇ ਸਰਕਾਰਾਂ ਜਿਹੜੀ ਰਵਾਇਤੀ ਪਾਰਟੀਆਂ ਪੰਜਾਬ ਦੀਆਂ ਨੇ ਉਹ ਵੀ ਸਰਕਾਰਾਂ ਤੋਂ ਬਾਹਰ ਹੋਈਆਂ ਨੇ। ਇੰਨੇ ਸਭ ਕੁਝ ਦਾ ਇੱਕ ਨੂੰ ਜਨਮ ਦੇਣ ਵਾਲੀ ਜਿਹੜੀ ਘਟਨਾ ਹੈ ਇਹ ਗੋਲੀकांड ਹੈ, ਕਿ ਉਹ ਹੁਣ ਇਨਸਾਫ ਵੱਲ ਜਾ ਰਿਹਾ ਕਿ ਇਹ ਦੋ ਨਾਮ ਵਿੱਚ ਪਾਉਣ ਨਾਲ, ਜਾਂ ਫਿਰ ਇਨਸਾਫ ਦੀ ਲੜਾਈ ਹਾਲੇ ਦੂਰ ਦੀ ਗੱਲ ਹੈ। ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਇਸ ਜਾਂਚ ਦਾ ਅਹਿਮ ਹਿੱਸਾ ਰਹਿੰਦੇ ਰਹੇ ਸਾਬਕਾ IPS ਅਧਿਕਾਰੀ ਤੇ ਇਸ ਵਕਤ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਹੀ ਇਸੇ ਬਜਟ ਸੈਸ਼ਨ ਦੌਰਾਨ ਸਦਨ ਦੇ ਵਿੱਚ ਕਿਹਾ ਕਿ ਇਨਸਾਫ ਦੀ ਗੱਲ 100 ਸਾਲ ਨਹੀਂ 200 ਸਾਲ ਦੂਰ ਹੈ। ਕੁੰਵਰ ਵਿਜੇ ਪ੍ਰਤਾਪ ਇਸ ਵਕਤ ਸਾਡੇ ਨਾਲ ਬਣੇ ਹੋਏ ਨੇ, ਦੈਨਿਕ ਸਵੇਰਾ ਨਾਲ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲੀ ਟਿੱਪਣੀ ਤਾਂ ਮੈਂ ਤੁਹਾਡੀ ਜੋ ਤੁਸੀਂ ਵਿਧਾਨ ਸਭਾ 'ਚ ਕਹਿ ਕੇ ਆਏ ਹੋ ਉਸ ਦੇ ਉੱਤੇ ਹੀ ਲੈਣਾ ਚਾਹਾਂਗਾ ਕਿ ਤੁਸੀਂ ਕਿਉਂ ਕਹਿ ਦਿੱਤਾ ਕਿ ਤੁਹਾਡੀ ਸਰਕਾਰ ਨੇ ਤਾਂ ਹੁਣ ਨਾਮ ਦਾਖਲ ਕੀਤੇ ਨੇ, ਲੋਕਾਂ ਨੂੰ ਤਾਂ ਠੰਡ ਪੈ ਜਾਣੀ ਚਾਹੀਦੀ ਸੀ ਕਿ ਵੀ ਹਾਂ ਜੋ ਅਸੀਂ ਮੰਗ ਕਰਦੇ ਆ ਰਹੇ ਆ ਕਿ ਉਹ ਹੋ ਗਿਆ। ਤੁਸੀਂ ਕਹਿ ਰਹੇ ਹੋ 100 ਨਹੀਂ 200 ਸਾਲ ਦੂਰ ਚਲਾ ਗਿਆ ਇਨਸਾਫ। ਦੇਖੋ, ਜਦੋਂ ਮਾਨਯੋਗ ਹਾਈ ਕੋਰਟ ਨੇ ਰਿਪੋਰਟ ਕੁਐਸ ਕੀਤੀ ਸੀ ਜੀ 9 ਅਪ੍ਰੈਲ ਨੂੰ, ਮੈਂ ਰਿਜ਼ਾਈਨ ਕਰ ਦਿੱਤਾ ਸੀ ਜੀ। ਉਦੋਂ ਜੋ ਮੇਰਾ ਸਟੈਂਡ ਸੀਗਾ ਇਸ ਕੇਸ ਦੇ ਬਾਰੇ ਅੱਜ ਵੀ ਵਹੀ ਸਟੈਂਡ ਹੈ ਜੀ। ਮੈਂ ਵਿਸਤਾਰਪੂਰਵਕ ਜਨਤਾ ਦੀ ਅਦਾਲਤ ਦੇ ਵਿੱਚ, ਪੀਪਲਸ ਪਾਰਲੀਮੈਂਟ ਦੇ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੀ 14 ਅਕਤੂਬਰ 2022 ਨੂੰ ਬਾਈਬਲ ਕਲਾਂ ਦੇ ਵਿੱਚ ਇੱਕ ਚੀਜ਼ ਮੈਂ ਉੱਥੇ ਰੱਖ ਦਿੱਤੀ ਜੀ, ਔਰ ਮੈਂ ਉਸੇ ਚੀਜ਼ ਨੂੰ ਬਾਰ-ਬਾਰ ਦੁਹਰਾਉਂਗਾ ਜੀ। ਕਾਰਨ ਮੈਨੂੰ ਪਤਾ ਹੈ ਜਦੋਂ ਦੋਸ਼ੀ ਹਾਈ ਪ੍ਰੋਫਾਈਲ ਹੁੰਦੇ ਨੇ ਤਾਂ ਹਰ ਸਿਸਟਮ ਇੱਕ ਵੱਖਰੇ ਕਿਸਮ ਦਾ ਹੋ ਜਾਂਦਾ ਹੈ ਜੀ। ਅੰਗਰੇਜ਼ ਦਾ ਕਾਨੂੰਨ ਹੈ, ਅੰਗਰੇਜ਼ ਦਾ ਸਿਸਟਮ ਹੈ ਜੀ, ਆਸਟੀਨੀਅਨ ਜੂਰਿਸਪ੍ਰੂਡੈਂਸ ਹੈ। ਔਰ ਜੇਕਰ ਕੋਈ ਕਮਜ਼ੋਰ ਹੈ ਜਾਂ ਜੋ ਮੈਨੇਜ ਨਹੀਂ ਕਰ ਪਾਉਂਦਾ ਹੈ ਸਿਸਟਮ ਨੂੰ ਜੀ, ਉਹ ਜਾ ਕੇ ਦੇਖੋ ਜੇਲਾਂ ਦੇ ਵਿੱਚ ਭਰੇ ਪਏ ਨੇ। ਮੈਂ 2 ਸਾਲ ਨੌਕਰੀ ਵੀ ਕੀਤੀ ਹੈ ਜੀ, ਮਤਲਬ ਮੈਂ ਅਫਸਰ ਰਿਹਾ ਹਾਂ ਜੇਲਾਂ ਦੇ ਵਿੱਚ ਵੀ ਜੀ ਜੀ। ਔਰ ਇੱਕ ਵਾਰੀ ਐਸਾ ਹੋਇਆ ਸੀ ਕਿ 500 ਵਿਅਕਤੀਆਂ ਨੂੰ ਮੈਂ ਬਾਹਰ ਕਰਵਾਇਆ ਸੀ ਉਦੋਂ ਦੇ ਮਾਨਯੋਗ ਸੈਸ਼ਨ ਜੱਜ ਸਾਹਿਬ ਦੇ ਨਾਲ ਡਿਸਕਸ ਕਰਕੇ, ਜੁਡੀਸ਼ੀਅਲ ਪ੍ਰੋਸੈਸ ਅਡਾਪਟ ਕਰਕੇ। ਜੀ। ਕਿਉਂ? ਇੱਕ ਵਿਅਕਤੀ ਦਾ ਮੈਂ ਫਾਈਲ ਤਿਆਰ ਕਰਵਾ ਲਿਆ। मान लो किसी ਦੇ ਖਿਲਾਫ 10 बोतल शराब का केस है और जहाँ कोई भी चीज़ है छोटा मोटा केस,
कोई जमानत लेने वाला नहीं है, और वो मतलब 6 महीने तो 1 साल तो 2 साल तो जुडिशियल के अंदर बैठे हुए ने। ਤੇ कहने का मतलब है कि जो मैनेज कर ਦਿੰਦਾ है क्रिमिनल जस्टिस सिस्टम ਨੂੰ, ਉਹ ਬਚ ਜਾਂਦਾ ਹੈ ਜੀ। अंग्रेज़ों ने एक कानून बनाया ਸੀ जी, जो CRPC है, जो IPC है, एविडेंस एक्ट है, ये सारा कुछ ऐसे हिसाब ਦੇ ਨਾਲ ਬਣਾਇਆ ਗਿਆ ਸੀ। ਇਸ ਕੇਸ ਨੂੰ ਤੁਸੀਂ ਦੇਖੋ 7 ਸਾਲ ਤਾਂ ਬੀਤ ਗਏ, 8ਵਾਂ ਸਾਲ ਸ਼ੁਰੂ ਹੋ ਗਿਆ ਜੀ, ਜਾਂ 8 ਸਾਲ ਹੁਣ ਪੂਰਾ ਹੋਣ ਵਾਲਾ ਹੈ, ਕਿਉਂਕਿ ਜੋ ਬੇਅਦਬੀ ਦੀ ਪਹਿਲੀ ਘਟਨਾ ਸੀ ਉਹ 1 ਜੂਨ ਦੀ ਹੈ, ਤਾਂ 1 ਜੂਨ ਨੂੰ 8 ਸਾਲ ਹੋ ਜਾਣਾ ਹੈ। ਬਿਲਕੁਲ ਠੀਕ ਹੈ। ਗੋਲੀकांड ਨੂੰ ਮਤਲਬ 14 ਅਕਤੂਬਰ ਨੂੰ 8 ਸਾਲ ਹੋ ਜਾਣਾ ਹੈ। ਤਾਂ ਇਹਦੇ ਵਿੱਚ ਜਦੋਂ ਮਤਲਬ ਦੋਸ਼ੀ ਹਾਈ ਪ੍ਰੋਫਾਈਲ ਹੁੰਦੇ ਨੇ ਤਾਂ ਉਹਨਾਂ ਦੇ ਕੋਲ ਸਿਸਟਮ ਹੁੰਦਾ ਹੈ। ਵਕੀਲ ਮੈਂ ਵੀ ਹਾਂ, ਵਕੀਲ ਬਹੁਤ ਸਾਰੇ ਹੁੰਦੇ ਨੇ, ਉਹ ਵੀ ਵਕੀਲ ਰੱਖਦੇ ਨੇ, ਸਰਕਾਰ ਵੀ ਵਕੀਲ ਰੱਖਦੀ ਹੈ। ਤਾਂ ਉੱਥੇ ਜੋ ਦਲੀਲ ਦਿੱਤੀ ਜਾਂਦੀ ਹੈ ਨਾ, ਤਾਂ ਉਸ ਦਲੀਲ ਦੇ ਹਿਸਾਬ ਦੇ ਨਾਲ ਫੈਸਲਾ ਹੁੰਦਾ ਹੈ। ਬਿਲਕੁਲ ਜਿਸ ਤਰ੍ਹਾਂ ਅੱਜ ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਹੈ ਕਿ ਇਮੀਡੀਏਟ ਜਿਹੜੀ ਲੀਗਲ ਰੈਮੇਡੀ ਸੀ ਸੁਖਬੀਰ ਸਿੰਘ ਬਾਦਲ ਐਂਡ ਪ੍ਰਕਾਸ਼ ਸਿੰਘ ਬਾਦਲ ਵਾਸਤੇ ਕਿ ਐਂਟੀਸਪੇਟਰੀ ਬੇਲ ਲੈਣੀ ਹੈ, ਉਹ ਅੱਜ ਉਹਨਾਂ ਨੇ ਵਰਤ ਲਈ ਹੈ। ਨਹੀਂ ਦੇਖੋ, ਉਹ ਉਹਨਾਂ ਦਾ ਰਾਈਟ ਹੈ। ਮੈਂ ਪਹਿਲਾਂ ਹੀ ਕਿਹਾ ਤੁਹਾਡੀ ਗੱਲ ਵੱਲ ਹੀ ਜਾ ਰਿਹਾ ਕਿ ਬਚਣਾ ਸੌਖਾ ਵੀ ਕਿੰਨਾ ਹੈ। ਇਹ ਜੂਰਿਸਪ੍ਰੂਡੈਂਸ ਆਸਟੀਨੀਅਨ ਜੂਰਿਸਪ੍ਰੂਡੈਂਸ ਹੈ। ਉਹਦਾ ਮਤਲਬ ਹੁੰਦਾ ਹੈ ਲਾਅ ਇਜ਼ ਦਾ ਕਮਾਂਡ ਆਫ ਸੋਵਰਨ। ਠੀਕ ਹੈ ਕਿ ਨਹੀਂ? ਜੋ ਪਾਵਰਫੁਲ ਹੈ ਜੀ, ਜਾਂ ਪਾਵਰ ਦੇ ਵਿੱਚ ਹੈ, ਜਾਂ ਜਿਸ ਕੋਲ ਰਿਸੋਰਸ ਨੇ, ਜਾਂ ਜਿਸ ਕੋਲ ਰਿਸੋਰਸ ਹੈ। ਤੁਸੀਂ ਕਿਹਾ ਨਾ ਕਿ ਇੱਕ ਛੋਟਾ ਮੋਟਾ ਕੋਈ ਅਪਰਾਧੀ ਹੈ 57 ਦਾ ਆਇਆ, ਕੋਈ ਚੋਰੀ ਚਕਾਰੀ ਦਾ, ਤਾਂ ਉਸ ਕੋਲ ਅਗਰ ਵਕੀਲ ਹੀ ਨਹੀਂ ਹੈ ਤਾਂ ਜ਼ਮਾਨਤ ਕਿੱਥੋਂ ਲਊਗਾ ਉਹ? ਯੈਸ। ਅਬ ਹੁਣ ਤੁਸੀਂ ਦੇਖੋਗੇ ਕਿ ਜੋ ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਗੱਲ ਕਹੀ ਸੀ, ਉਹ ਵਹੀ ਗੱਲ ਹੈ ਜੋ ਮੈਂ ਪਹਿਲਾਂ ਤੋਂ ਬੋਲਦਾ ਆ ਰਿਹਾ ਹਾਂ। ਔਰ ਵਿਸ਼ੇਸ਼ ਕਰਕੇ ਜਦੋਂ ਕੈਪਟਨ ਸਾਹਿਬ ਨੇ एक बार ये कहा कि मैं कुंवर विजय प्रताप का इस्तीफा नहीं मंजूर करना है, उन्होंने प्रेस नोट भी जारी कर दिया। बिल्कुल यस। मेरे हिसाब के नाल 13 अप्रैल सीगा बैसाखी वाला दिन 2021 का। ठीक है। मैं उस दिन अपने फेसबुक पे आज भी देख लो एज इट इज पिया होया है, मैं लिख दिता सी कि मैं अपनी अपील गुरु गोबिंद सिंह जी की अदालत के विच लगा दी है। मैनू कोई रिग्रेट नहीं है, इंसाफ मिलूगा। ये भी मैं लिख दिता सी कि हुण मैं नौकरी नहीं करनी है। ठीक है कि नहीं? ਉਹ ਦੋਵੇਂ ਗੱਲਾਂ ਠੀਕ ਨੇ ਸਰ, ਪਰ ਤੁਸੀਂ ਅਗਰ 2021 ਦੇ ਵਿੱਚ ਇਹ ਗੱਲ ਲਿਖ ਦਿੱਤੀ ਕਿ ਤੁਸੀਂ ਆਪਣੀ ਅਪੀਲ ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਪਾ ਦਿੱਤੀ ਹੈ, ਕਿ ਤੁਹਾਨੂੰ ਉਦੋਂ ਹੀ ਨਜ਼ਰ ਆ ਗਿਆ ਸੀ ਕਿ ਭਾਵੇਂ ਸਰਕਾਰ ਤੁਹਾਡੀ ਨੇ ਚਾਰਜਸ਼ੀਟ ਦੇ ਵਿੱਚ ਬਾਦਲਾਂ ਦੇ ਨਾਮ ਸ਼ਾਮਲ ਕੀਤੇ ਨੇ, ਭਾਵੇਂ ਕਿਸੇ ਪਿਛਲੀ ਨੇ ਕੀਤੇ ਹੁੰਦੇ ਜਾਂ ਤੁਹਾਡੇ ਵਾਲੀ ਨੇ ਕੀਤੇ ਹੁੰਦੇ, ਇਨਸਾਫ ਨਹੀਂ ਮਿਲਣਾ? ਜਦੋਂ ਮੈਂ ਰੱਬ ਤੇ ਟੇਕ ਤਾਂ ਉਦੋਂ ਗੱਲ ਕਰਦਾ ਨਾ ਬੰਦਾ ਕਿ ਦੁਨੀਆ ਦੀ ਅਦਾਲਤ, ਮਤਲਬ ਜਦੋਂ ਤੁਹਾਨੂੰ ਕੋਈ ਵੀ ਕਿਸੇ ਪਾਸਿਓਂ ਵੀ ਹੈਲਪ ਜਾਂ ਕੋਈ ਮਤਲਬ ਇਨਸਾਫ ਦੀ ਉਮੀਦ ਨਹੀਂ ਹੁੰਦੀ ਹੈ, ਤਾਂ ਹੀ ਤੁਸੀਂ ਰੱਬ ਦੀ ਸ਼ਰਨ ਦੇ ਵਿੱਚ ਜਾਂਦੇ ਹੋ। ਮੈਂ ਇੱਥੇ ਉੱਥੇ ਵੀ ਲਿਖ ਦਿੱਤਾ ਸੀ ਕਿ ਕਾਨੂੰਨ ਦੀ ਮੇਰੀ ਜਾਣਕਾਰੀ ਅਤੇ ਮੇਰੀ ਬੁੱਧੀਮਤਾ ਦੇ ਮੁਤਾਬਿਕ ਉਸ ਤੋਂ ਉੱਪਰ ਦੀ ਕੋਈ ਅਦਾਲਤ ਨਹੀਂ ਹੈ, ਔਰ ਹਰ ਕੋਰਟ ਉਸ ਅਦਾਲਤ ਨੂੰ ਮੰਨਦੀ ਹੈ ਜੀ। ਉਸ ਦਾ ਨਾਂ ਚਲੋ ਇੰਗਲਿਸ਼ ਲਾਅ ਦੇ ਵਿੱਚ ਨੈਚੁਰਲ ਜਸਟਿਸ ਦਿੱਤਾ ਗਿਆ ਹੈ, ਲੇਕਿਨ ਉਸ ਅਦਾਲਤ ਨੂੰ ਸਾਰੇ ਮੰਨਦੇ ਨੇ। और मैं ये भी दोहराया सी जी, और हो भी रहा है। तुसी देखो जदों उत्थे ट्रायल हुंदा है ना, उत्थे रोज़ाना तौर पर हुंदा है। एक होर मैं गल कही सी रब दी अदालत दी, तुसी गल रब दी अदालत जी, उत्थे रोज़ाना तौर पर जी जी। एक होर भी मैं गल कही सी जी, जिस धरती ते असीं बैठे हुए हाँ, जां असीं पंजाब दे विच बैठे हुए हाँ, ये पंजाब बहुत कुर्बानियां करके ये बचाया गया है जी। ਤਾਂ मैं सरहिंद ਦੀ ਦੀਵਾਰ ਦੀ ਗੱਲ ਵੀ ਕੀਤੀ ਸੀ। सरहिंद ਦੀ ਦੀਵਾਰ, ਉਸ ਦੀਵਾਰ ਤੇ ਹਰ ਚੀਜ਼ ਲਿਖੀ ਜਾ ਰਹੀ ਹੈ ਜੀ, ਜੋ ਮੈਂ ਕਰ ਰਿਹਾ, ਜੋ ਤੁਸੀਂ ਕਰ ਰਹੇ ਹੋ, ਕੋਈ ਵੀ ਵਿਅਕਤੀ, ਕਿਉਂਕਿ ਜੇਕਰ ਉਹ ਦੀਵਾਰ ਨਹੀਂ ਹੁੰਦੀ ਤਾਂ ਅੱਜ ਅਸੀਂ ਇੱਥੇ ਨਹੀਂ ਹੁੰਦੇ ਜੀ। ਠੀਕ ਹੈ ਜੀ। ਇਹ ਵੀ ਕਜ਼ਾਕਿਸਤਾਨ, ਕਿਰਗਿਜ਼ਸਤਾਨ ਜਾਂ ਕੁਝ ਇਸੇ ਤਰੀਕੇ ਦਾ ਮਤਲਬ ਕੁਝ ਹੁੰਦਾ, ਤਾਂ ਉਹ ਦੀਵਾਰ ਹੈ ਜਿਸ ਕਰਕੇ ਅਸੀਂ ਅੱਜ ਇੱਥੇ ਬੈਠੇ ਹੋਏ ਹਾਂ। उस दीवार पर हर चीज़ लिखी जा रही है, सच्चाई है। मैं तुहानूं दस रहा, सच्चाई है। उधर तुसीं जाके देखो, 5 मिनट बह के देखो, कोई तुसीं फोटोग्राफी ना करो, कोई सोशल मीडिया ते ना पाओ, श्रद्धापूर्वक जाओ और आराम नाल तुसीं 5 मिनट बैठ के देखो, तुहानूं महसूस होगा कि इत्थे हर चीज़ लिखी जा रही है। मैं भी जानता हाँ, मेरा कोई सोशल मीडिया ते नहीं देखोगे, आम ही लीडर जानते ने, कोई जानता है चलो जी एक फोटो, वो फोटो शूट वास्ते मतलब वो रह गया है लीडर वास्ते, लेकिन उत्थे तुसीं जाके देखो, तुहानूं महसूस होगा जी। ठीक है। तो उस दीवार ने भी इंसाफ करना है,
ਹਰ ਚੀਜ਼ ਦਾ ਇਨਸਾਫ ਹੋਣਾ ਹੈ। ਤਾਂ ਇਹ ਜੀ ਜੀ ਇੱਕ ਸਵਾਲ ਇੱਕ ਜ਼ਰੂਰੀ ਹੈ। ਠੀਕ ਹੈ, ਰੱਬ ਦੀ ਕਚਹਿਰੀ ਦੇ ਉੱਤੇ ਤਾਂ ਫਿਰ ਕਚਹਿਰੀ ਕੋਈ ਰਹਿੰਦੀ ਨਹੀਂ ਜਦੋਂ ਦੁਨਿਆਵੀ ਕਚਹਿਰੀਆਂ ਦੇ ਵਿੱਚ ਇਨਸਾਫ ਨਹੀਂ ਮਿਲਦਾ। ਕੋਈ hope ਨਹੀਂ ਰਹਿ ਜਾਂਦਾ ਰੱਬ ਦੀ ਡਾਂਗ ਜਦੋਂ ਚੱਲਦੀ ਹੈ ਤੇ ਖਾਸ ਕਰ ਜਿਹੜਾ ਤੁਸੀਂ ਇੱਥੇ ਰੈਫਰੈਂਸ ਵਰਤਿਆ ਹੈ ਸਰਹੰਦੀ ਦੀਵਾਰ ਦਾ, ਉਹ ਰੈਫਰੈਂਸ ਮੇਰੇ ਖਿਆਲ 'ਚ ਉਸ ਤੋਂ ਢੁਕਵਾਂ ਜਾਂ ਉਸ ਤੋਂ ਜਿਹੜਾ ਹੈ ਵੈਲਿਡ ਰੈਫਰੈਂਸ ਨਹੀਂ ਹੋ ਸਕਦਾ ਕਿ ਜੋ ਇਸ ਧਰਤੀ ਦੇ ਨਿਆਂ ਤੇ ਅਨਿਆਂ ਹੋ ਰਿਹਾ ਹੈ ਉਸ ਦੀਵਾਰ ਨੇ ਹੀ ਜਿਹੜਾ ਹੈ ਕ੍ਰਾਂਤੀ ਲਿਆਂਦੀ ਸੀ। ਬਾਬਾ ਬੰਦਾ ਸਿੰਘ ਬਹਾਦਰ ਫਿਰ ਆਏ ਸੀ ਤੇ ਉਸ ਤੋਂ ਬਾਅਦ ਹੀ ਇੱਥੋਂ ਦਾ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸਾਰਾ ਤਾਣਾ ਬਾਣਾ ਬਦਲ ਗਿਆ, ਹੇਠਲੀ ਉੱਤੇ ਹੋ ਗਈ ਸੀ। ਤੇ ਉਹ ਅੱਜ ਤੱਕ ਵੀ ਜੋ ਹੈ ਜੋ ਪੈਰੋਕਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਸਾਏ ਹੋਏ ਨੇ ਉਹੀ ਕਾਬਜ ਨੇ ਇਸ ਧਰਤੀ ਦੇ ਉੱਤੇ। ਉਹ ਇਨਸਾਫ 200 300 400 ਸਾਲ ਤੋਂ ਜਿਹੜਾ ਹੈ ਉਹ ਆਪਾਂ ਦੇਖਦੇ ਆ ਰਹੇ ਆ, ਉਹ ਵੱਡੀ ਗੱਲ ਹੈ। ਪਰ ਮੈਂ ਇਹ ਸਵਾਲ ਇੱਕ IPS ਅਫਸਰ ਨੂੰ ਕਰ ਰਿਹਾ, ਇੱਕ ਵਕੀਲ ਨੂੰ ਕਰ ਰਿਹਾ ਜਿਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਬਕਾਇਦਾ ਜੋ ਹੈ ਉਹ ਪ੍ਰੈਕਟਿਸ ਦਾ ਜੋ ਤੁਸੀਂ ਲਾਇਸੈਂਸ ਵੀ ਲਿੱਤਾ ਸੀ, ਤੇ ਇੱਕ ਮੌਜੂਦਾ ਸਰਕਾਰ ਦੇ ਵਿੱਚ ਜੋ ਮੈਂਬਰ ਨੇ ਵਿਧਾਨ ਸਭਾ ਦੇ ਵਿਧਾਇਕ ਨੇ। ਤਿੰਨ ਚੀਜ਼ਾਂ ਨੇ ਇਹ ਤਿੰਨਾਂ ਚੀਜ਼ਾਂ ਦੇ ਬੇਸ ਦੇ ਉੱਤੇ ਸਵਾਲ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਭਾਵੇਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੀ, 14 ਅਕਤੂਬਰ 2022 ਨੂੰ ਬਹਿਬਲ ਕਲਾਂ ਦੇ ਵਿੱਚ ਮੋਰਚੇ ਦੇ ਸਟੇਜ ਉੱਤੇ ਖੜ ਕੇ ਕਿ ਇੱਕ ਫਰੈਂਡਲੀ ਚਲਾਨ ਪੇਸ਼ ਕੀਤਾ ਜਾਏਗਾ, ਤੇ ਪਰ ਇਹ ਫਰੈਂਡਲੀ ਚਲਾਨ ਨੂੰ ਵੀ ਸੰਗਤ ਬਚਾ ਸਕਦੀ ਹੈ ਜੇਕਰ ਉਹ ਪੈਰਵਾਈ ਕਰੇ। ਇਹਦੇ ਪਿੱਛੇ ਕਿਉਂਕਿ ਇਹ ਛੋਟੀ ਗੱਲ ਨਹੀਂ ਹੈ। ਸਰਕਾਰ ਹੁਣ ਚਲਾਨ ਹੁਣ ਪੇਸ਼ ਹੋ ਚੁੱਕਾ 24 ਫਰਵਰੀ ਨੂੰ, ਭਾਵੇਂ ਸਰਕਾਰ ਨੇ ਤੁਹਾਡੀ ਨੇ ਕੀਤਾ, ਇਹ ਮੈਟਰ ਨਹੀਂ ਕਰਦਾ ਕਿਹੜੀ ਸਰਕਾਰ ਨੇ ਕੀਤਾ ਸਿੱਟ ਨੇ ਹੈ, ਬੇਸਿਕਲੀ ਸਿੱਟ ਦੀ ਫਾਈਂਡਿੰਗਸ ਨੇ ਕੀਤਾ ਹੈ, ਭਾਵੇਂ ਉਹਦੀ ਬੈਕਡ੍ਰੌਪ ਦੇ ਵਿੱਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਹੈ। ਪਰ ਫਰੈਂਡਲੀ ਚਲਾਨ ਕਿਵੇਂ ਹੋ ਗਿਆ? ਮੈਂ ਨਹੀਂ ਕਹਿੰਦਾ ਕਿ ਤੁਸੀਂ ਆਪਣੀ ਸਰਕਾਰ ਦੇ ਅਗੇਂਸਟ ਬੋਲੋ, ਮੈਂ ਚਲਾਨ ਦਾ ਪੋਸਟਮਾਰਟਮ ਕਰ ਰਿਹਾ। ਹੁਣ ਮੈਂ ਤੁਹਾਨੂੰ ਦੱਸ ਰਿਹਾ ਜੀ, ਬਿਲਕੁਲ ਮੈਂ ਇਸ ਮੁੱਦੇ ਦੇ ਬਾਰੇ ਜਾਂ ਇਸ ਕੇਸ ਦੇ ਬਾਰੇ ਜੋ ਮੇਰੇ ਕੋਲ ਮਟੀਰੀਅਲ ਹੈ ਜਾਂ ਜੋ ਕੁਝ ਮਟੀਰੀਅਲ ਮੈਂ ਵੇਖ ਚੁੱਕੀ ਹਾਂ ਮੈਂ ਉਸੇ ਆਧਾਰ ਤੇ ਬੋਲਦਾ ਹਾਂ। ਜੀ ਠੀਕ ਹੈ, ਤੇ ਜ਼ਰੂਰੀ ਨਹੀਂ ਹੈ ਕਿ ਹਾਂ ਮਤਲਬ ਜੋ ਮੈਂ ਬੋਲਦਾ ਹਾਂ ਉਹ ਚੀਜ਼ ਜਾਂ ਜੋ ਆਮ ਆਦਮੀ ਪਾਰਟੀ ਦਾ ਜੋ ਸਟੈਂਡ ਹੈ, ਆਮ ਆਦਮੀ ਪਾਰਟੀ ਦਾ ਵੀ ਇਹੀ ਸਟੈਂਡ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੀ ਇਹੀ ਸਟੈਂਡ ਹੈ ਕਿ ਇਨਸਾਫ ਮਿਲਣਾ ਚਾਹੀਦਾ ਹੈ। ਬਿਲਕੁਲ ਮੈਨੂੰ ਇਨਸਾਫ ਦੀ ਉਮੀਦ ਵਧਾਈ ਗਈ ਸੀ ਜੀ। ਤੁਸੀਂ ਦੇਖਿਆ ਹੋਵੋਗੇ ਮਾਨਯੋਗ ਕੇਜਰੀਵਾਲ ਸਾਹਿਬ ਖੁਦ ਆਏ ਸਨ ਅੰਮ੍ਰਿਤਸਰ 21 ਜੂਨ ਮੈਨੂੰ ਸ਼ਾਮਿਲ, ਮਤਲਬ 2-2.5 ਮਹੀਨੇ ਬਾਅਦ, ਮਤਲਬ ਨੌਕਰੀ ਜਦੋਂ ਮੈਂ ਛੱਡੀ ਸੀ ਉਦੋਂ ਤਾਂ ਇਹ ਨਹੀਂ ਪਤਾ ਸੀ ਕਿ ਮੈਂ ਰਾਜਨੀਤੀ ਦੇ ਵਿੱਚ ਜਾਣਾ ਹੈ ਜਾਂ ਮੈਂ ਆਮ ਆਦਮੀ ਪਾਰਟੀ ਜੁਆਇਨ ਕਰਾਂਗਾ। ਠੀਕ ਹੈ, ਕੈਪਟਨ ਸਾਹਿਬ ਨੇ ਵੀ ਆਫਰ ਕੀਤਾ ਸੀ ਕਿ ਤੁਸੀਂ ਰਾਜਨੀਤੀ ਜੁਆਇਨ ਕਰਨੀ ਹੈ ਤੇ ਸਾਡੇ ਨਾਲ ਆਓ। ਲੇਕਿਨ ਜੋ ਸਵਾਲ ਤੁਸੀਂ ਕੀਤਾ ਨਾ ਜੀ, ਉਸ ਸਵਾਲ ਦਾ ਮੈਂ ਆਨਸਰ ਦੇ ਰਿਹਾ ਪਲੀਜ਼। ਠੀਕ ਹੈ, ਸਾਡੀ ਰਿਪੋਰਟ ਕੁਐਸ ਹੋ ਗਈ ਜੀ 9 ਅਪ੍ਰੈਲ ਨੂੰ। ਮੈਂ 8 ਅਪ੍ਰੈਲ ਨੂੰ ਕੈਪਟਨ ਸਾਹਿਬ ਨੂੰ ਮਿਲ ਕੇ ਮੈਂ ਕਿਹਾ ਸੀ, ਇੱਕ ਡਰਾਫਟ ਲੈਟਰ ਵੀ ਦਿੱਤਾ ਸੀ ਕਿ ਤੁਸੀਂ ਐਗਜ਼ੀਕਿਊਟਿਵ ਆਰਡਰ ਦੇ ਰਾਹੀਂ ਮੈਨੂੰ ਸੀਟ ਤੋਂ ਹਟਾ ਕੇ ਹਾਈ ਕੋਰਟ ਨੂੰ ਦੱਸ ਦਿਓ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਹਟਾ ਦਿੱਤਾ ਗਿਆ। 8 ਅਪ੍ਰੈਲ 2021 ਨੂੰ 8 ਅਪ੍ਰੈਲ 2021 9 ਨੂੰ ਰਿਪੋਰਟ ਕੁਐਸ ਹੋਈ ਸੀ ਨਾ ਜੀ 8 ਨੂੰ। ਦੂਸਰੀ ਗੱਲ ਮੈਂ ਇਹ ਕਹੀ ਸੀ ਕਿ ਕੱਲ ਤੁਹਾਡੇ ਐਡਵੋਕੇਟ ਜਨਰਲ ਨਹੀਂ ਅਪੀਅਰ ਹੋ ਰਹੇ ਨੇ। ਠੀਕ ਹੈ ਜੀ। और मेरे को इन्फॉर्मेशन है कि कल रिपोर्ट कुएस हो रही है, तो मैनू महसूस होगा, मैं यकीन कर लूँगा जेकर कल तुसी तारीख ले लो कि तुसी ਉਹਦੇ ਵਿੱਚ ਸ਼ਾਮਿਲ ਨਹੀਂ ਹੋ, ਤੁਸੀਂ ਇਹ ਨਹੀਂ ਚਾਹੁੰਦੇ ਹੋ। ਜੇਕਰ ਤੁਸੀਂ ਤਾਰੀਖ ਲੈ ਲਓ, ਜੇਕਰ ਤੁਹਾਡਾ ਟੌਪ ਮੋਸਟ ਕੱਲ ਦਾ ਦਿਨ ਟਾਲ ਦੋ, ਇਹੀ ਸੀ ਨਾ ਬੇਸਿਕਲੀ। ਤੁਹਾਡਾ ਟੌਪ ਮੋਸਟ ਲਾਅ ਆਫਿਸਰ ਜੇਕਰ ਬਿਮਾਰ ਹੈ ਜਾਂ अवेलेबल नहीं है, एक जूनियर एडवोकेट जाएगा, सीधा कहना है कि बहस उन्होंने करनी है एडवोकेट जनरल साहब ने जी, तो ਤੁਹਾਨੂੰ 10 ਦਿਨ 15 ਮਿੰਟ ਦਾ ਤਾਂ ਟਾਈਮ ਮਿਲ ਹੀ ਜਾਣਾ ਜੀ। ਇਹ ਵੀ ਤੁਸੀਂ ਦੇਖੋ 9 ਅਪ੍ਰੈਲ ਨੂੰ ਮਤਲਬ ਵਰਬਲ ਆਰਡਰ ਆ ਗਿਆ, 15 ਦਿਨ ਬਾਅਦ ਲਿਖਤੀ ਤੌਰ ਤੇ ਰਿਪੋਰਟ ਆਈ ਸੀ। ਉਹ ਆਰਾਮ ਨਾਲ ਟਾਈਮ ਮਿਲ ਸਕਦਾ ਸੀ, ਲੇਕਿਨ ਕੋਈ ਨਾ ਕੋਈ ਵਜ੍ਹਾ ਹੋਗੀ, ਕੋਈ ਨਾ ਕੋਈ ਕੈਪਟਨ ਸਾਹਿਬ ਦੀ ਮਜਬੂਰੀ ਹੋਗੀ ਕਿ ਉਹ 9 ਅਪ੍ਰੈਲ ਨੂੰ ਹੀ ਉਹ ਆਰਡਰ ਲੈਣਾ ਚਾਹ ਰਹੇ ਸੀ। ਨਹੀਂ, ਪਰ ਕੈਪਟਨ ਸਾਹਿਬ ਦੀ ਇਹ ਮਜਬੂਰੀ ਕੀ ਸੀ ਕਿ ਉਹਨਾਂ ਨੇ ਆਪਣੇ ਟੌਪ ਜਿਹੜੇ ਉਹਨਾਂ ਦੇ ਲੀਗਲ ਅਫਸਰ ਸੀਗੇ, ਦੈਨ ਐਡਵੋਕੇਟ ਜਨਰਲ ਅਤੁਲ ਨੰਦਾ, ਕਿ ਉਹ ਬਿਮਾਰ ਹੀ ਹੋ ਗਏ ਉਸ ਦਿਨ। ਨਹੀਂ ਦੇਖੋ, ਅਬ ਬਿਮਾਰ ਸੀਗੇ ਕੀ ਸੀਗੇ ਉਹ ਉਹਨਾਂ ਨੂੰ ਨਹੀਂ, ਮੈਂ ਕਿਹਾ ਕਿ ਤੁਸੀਂ ਤਾਰੀਖ ਲੈ ਲਓ ਕੀ ਸੀਗੇ, ਪਰ ਕਿਉਂ ਸੀ ਤਾਰੀਖ ਲੈ ਲਓ। ਹੁੰਦਾ ਕੀ ਹੈ ਜੀ ਕਿ ਤੁਸੀਂ ਸੁਪਰੀਮ ਕੋਰਟ ਤੋਂ ਐਡਵੋਕੇਟ ਲਿਆਓ, ਵੱਡੇ ਐਡਵੋਕੇਟ ਲੈ ਕੇ ਆਓ, ਲੇਕਿਨ ਅਦਾਲਤ ਦੇ ਵਿੱਚ ਇਹ ਰੂਲ ਹੁੰਦਾ ਹੈ, ਜਿਸ ਤਰ੍ਹਾਂ ਪੰਜਾਬ
ਐਂਡ ਹਰਿਆਣਾ ਹਾਈ ਕੋਰਟ ਹੈ। ਇੱਕ ਹੁੰਦਾ ਹੈ ਕਿ ਅਦਾਲਤ ਦੇ ਵਿੱਚ ਪ੍ਰਾਈਮੇਸੀ ਕਿਸ ਨੂੰ ਮਿਲਣੀ ਹੈ ਬਹਿਸ ਕਰਨ ਵਾਸਤੇ ਕਿਸੇ ਵੀ ਮੁੱਦੇ ਤੇ ਫਸਟ ਪ੍ਰਾਇੋਰਟੀ ਜਿਸ ਨੂੰ ਪ੍ਰਾਈਮੇਸੀ ਕਿਹਾ ਜਾਂਦਾ ਹੈ ਲੀਗਲ ਲੈਂਗੁਏਜ ਦੇ ਵਿੱਚ ਫਸਟ ਪ੍ਰਾਇੋਰਟੀ ਐਡਵੋਕੇਟ ਜਨਰਲ ਨੂੰ ਹੀ ਮਿਲਦੀ ਹੈ ਔਰ ਉਹ ਜਦੋਂ ਵੀ ਚਾਹੁੰਦੇ ਨੇ ਉਹ ਟੋਕ ਸਕਦੇ ਨੇ ਰੋਕ ਸਕਦੇ ਨੇ। ਤੇ ਐਡਵੋਕੇਟ ਜਨਰਲ ਦਾ ਬਹਿਸ ਕਰਨਾ ਔਰ ਕਿਸੇ ਹੋਰ ਦਾ ਭਾਵੇਂ ਵੱਡਾ ਤੋਂ ਵੱਡਾ ਐਡਵੋਕੇਟ ਕਿਉਂ ਨਾ ਹੋਵੇ ਜੀ ਐਡਵੋਕੇਟ ਜਨਰਲ ਦਾ ਬਹਿਸ ਕਰਨਾ ਇੱਕ ਵੱਖਰੀ ਗੱਲ ਹੁੰਦੀ ਹੈ। ਠੀਕ ਹੈ ਜੀ। ਦੂਸਰੀ ਗੱਲ ਇਹ ਕਹੀ ਗਈ ਕਿ ਇਹ ਤਾਂ ਕ੍ਰਿਮੀਨਲ ਕੇਸ ਸੀਗਾ ਜੀ ਤਾਂ ਉਹ ਨਹੀਂ ਬਹਿਸ ਕਰ ਸਕਦੇ। ਤਾਂ ਦੇਖੋ ਇਹ ਗੱਲ ਜਾ ਕੇ ਉਸੇ ਟਾਈਮ ਮਤਲਬ ਤੁਹਾਨੂੰ ਪਤਾ ਲੱਗੀ ਜਦੋਂ ਤੁਸੀਂ ਅਪਾਇੰਟਮੈਂਟ ਕੀਤਾ ਐਡਵੋਕੇਟ ਜਨਰਲ ਦਾ, ਉਦੋਂ ਤਾਈਂ ਤੁਹਾਨੂੰ ਨਹੀਂ ਸੀ ਪਤਾ ਵੀ ਉਹਨਾਂ ਦੀ ਐਕਸਪਰਟੀਜ਼ ਕੀ ਕਿ ਉਹਨਾਂ ਦੀ ਐਕਸਪਰਟੀਜ਼ ਕਿਸ ਚੀਜ਼ ਦੀ ਹੈ। ਸਰਕਾਰ ਨੇ ਜ਼ਿਆਦਾਤਰ ਤਾਂ ਦੇਖੋ ਕ੍ਰਿਮੀਨਲ ਕੇਸ ਹੀ ਲੜਨਾ ਹੁੰਦਾ ਹੈ, ਸਟੇਟ ਵਰਸਸ ਸੋ ਐਂਡ ਸੋ, ਸਟੇਟ ਵਰਸਸ ਸੋ ਐਂਡ ਸੋ। ਜੀ ਠੀਕ ਹੈ ਕਿ ਨਹੀਂ? ਕਿਉਂਕਿ ਜੋ ਸਿਵਲ ਨੇਚਰ ਦਾ ਕੇਸ ਹੁੰਦਾ ਹੈ ਉਹ ਤਾਂ A ਵਰਸਸ B ਹੁੰਦਾ ਹੈ। ਹਾਂ ਜੋ ਪੁਲਿਸ ਥਾਣਿਆਂ ਦੇ ਵਿੱਚ ਜਿੰਨੇ ਵੀ ਕੇਸ ਰਜਿਸਟਰ ਹੁੰਦੇ ਨੇ ਉਹ ਸਾਰਾ ਚੀਜ਼ ਸਟੇਟ ਵਰਸਸ ਔਰ ਵਹੀ ਅਪੀਲ ਜਾਂ ਵਹੀ ਬੇਲ ਮੈਟਰ ਹਾਈ ਕੋਰਟ ਦੇ ਵਿੱਚ ਜਾਣਾ ਹੁੰਦਾ ਹੈ। ਤੇ ਦੇਖੋ 9 ਅਪ੍ਰੈਲ ਨੂੰ ਜੋ ਹੋਣਾ ਸੀ ਹੋ ਗਿਆ ਤੇ ਜੋ ਮੈਨੂੰ ਪਤਾ ਲੱਗ ਰਿਹਾ ਸੀ ਪਹਿਲਾਂ ਤੋਂ ਕਿ ਇਹ ਖਾਰਿਜ ਸਰਕਾਰ ਹੀ ਕਰਵਾ ਰਹੀ ਹੈ ਉਹ ਆਥੈਂਟੀਕੇਟ ਹੋ ਗਿਆ। ਬਾਅਦ ਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਜਾਵਾਂਗੇ। ਮੈਂ ਕਿਹਾ ਕਿ ਉਹ ਤੁਹਾਡੀ ਮਜਬੂਰੀ ਹੋਗੀ, ਪੋਲੀਟੀਕਲ ਕੰਪਲਸ਼ਨ ਹੋਗਾ, ਲੇਕਿਨ ਹੁਣ ਮੈਂ ਨੌਕਰੀ ਨਹੀਂ ਕਰਨੀ ਹੈ। ਜੇਕਰ ਤੁਸੀਂ 8 ਤਾਰੀਖ ਨੂੰ ਮੈਨੂੰ ਹਟਾ ਦਿੰਦੇ ਆਪਣੇ ਡੀਜੀਪੀ ਪੰਜਾਬ ਜਾਂ ਹੋਮ ਸੈਕਟਰੀ ਇੱਕ ਆਰਡਰ ਕਰ ਦਿੰਦੇ ਔਰ ਹਾਈ ਕੋਰਟ ਨੂੰ ਰਿਪੋਰਟ ਕਰ ਦੋ ਕਿ ਹਾਂ ਜੀ ਇੱਕ ਨਵੀਂ SIT ਬਣਾਈ ਜਾਊਗੀ ਔਰ ਕੁੰਵਰ ਵਿਜੇ ਪ੍ਰਤਾਪ ਨੂੰ ਮਤਲਬ SIT ਤੋਂ ਹਟਾ ਦਿੱਤਾ ਗਿਆ। ਕਾਰਨ ਦੇਖੋ ਕਿ ਉਸੇ ਹਾਈ ਕੋਰਟ ਨੇ ਮੈਨੂੰ ਆਸਮਾਨ ਤੱਕ ਚੜਾਇਆ ਸੀ। ਹਰ ਵੱਡਾ ਕੋਈ ਕੇਸ ਜਾਂ ਕੰਟਰੋਵਰਸੀਅਲ ਕੇਸ ਕੋਈ ਕਹਿ ਦਿੰਦਾ ਹੈ ਨਾ ਕਿ ਕੁੰਵਰ ਵਿਜੇ ਪ੍ਰਤਾਪ ਕੰਟਰੋਵਰਸੀ ਦੇ ਵਿੱਚ ਰਹਿੰਦੇ ਨੇ। ਕਿਉਂ ਜੀ? ਮੈਨੂੰ ਤਾਂ ਕੰਟਰੋਵਰਸੀਅਲ ਕੇਸ ਹੀ ਮਿਲਦਾ ਸੀ, ਹਾਈ ਪ੍ਰੋਫਾਈਲ ਕੇਸ ਮਿਲਦਾ ਸੀ ਜੀ। ਤੇ ਜਦੋਂ ਲੋਕਾਂ ਦਾ ਵੱਡੇ ਲੋਕਾਂ ਦਾ ਕਿਰਦਾਰ ਸਾਹਮਣੇ ਆਉਂਦਾ ਸੀ ਤਾਂ ਮੈਂ ਕੰਟਰੋਵਰਸੀਅਲ ਹੋ ਜਾਂਦਾ ਸੀ ਜੀ। ਠੀਕ ਹੈ ਜੀ। ਤੇ ਇਸ ਕਰਕੇ ਦੇਖੋ ਉਸੇ ਹਾਈ ਕੋਰਟ ਨੇ ਮੈਨੂੰ ਤਾਂ ਚੜਾਇਆ ਸੀ ਔਰ ਉਸੇ ਹਾਈ ਕੋਰਟ ਤੋਂ ਇਹ ਆਰਡਰ ਲੈ ਰਹੇ ਸੀਗੇ। ਮੈਨੂੰ ਪਤਾ ਚੱਲ ਗਿਆ ਸੀ ਠੀਕ ਹੈ ਤੁਸੀਂ ਨਹੀਂ ਬਹਿਸ ਕਰੋਗੇ, ਫੈਕਟਸ ਨਹੀਂ ਰੱਖੋਗੇ। ਮੇਰਾ ਸਿੰਪਲ ਆਰਗੂਮੈਂਟ ਸੀ ਕਿ ਮੈਂ ਆਪਣੀ ਰਿਪੋਰਟ ਚਲਾਨ ਦੇ ਰੂਪ ਦੇ ਵਿੱਚ ਫਰੀਦਕੋਟ ਦੀ ਮਾਨਯੋਗ ਡਿਸਟ੍ਰਿਕਟ ਅਦਾਲਤ ਦੇ ਵਿੱਚ ਦਿੱਤੀ ਹੈ। ਉੱਥੇ ਟਰਾਇਲ ਕਰਵਾ ਲਓ। ਜਿੱਥੇ ਜੇਕਰ ਮੰਨ ਲਓ ਉੱਥੇ ਭਰੋਸਾ ਨਹੀਂ ਹੈ ਦੋਸ਼ੀਆਂ ਨੂੰ ਤਾਂ ਤੁਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਟਰਾਇਲ ਕਰ ਲਓ। ਮਾਨਯੋਗ ਹਾਈ ਕੋਰਟ ਤੋਂ ਕਿਸੇ ਵੀ ਕੇਸ ਦਾ ਟਰਾਇਲ ਕਰ ਸਕਦੀ ਹੈ, ਲੇਕਿਨ ਗਵਾਹਾਂ ਦਾ ਬਿਆਨ ਹੋਣਾ ਚਾਹੀਦਾ ਹੈ। ਜੋ ਪ੍ਰੂਫ ਜੋ ਐਵੀਡੈਂਸ ਸਾਡੇ ਵੱਲੋਂ ਦਿੱਤਾ ਗਿਆ ਹੈ ਨਾ ਉਹ ਸਾਹਮਣੇ ਆਉਣਾ ਚਾਹੀਦਾ ਹੈ। ਜੇਕਰ ਮੰਨ ਲਓ ਰਿਪੋਰਟ ਫਰੀਦਕੋਟ ਦੇ ਵਿੱਚ ਹੈ, ਐਵੀਡੈਂਸ ਫਰੀਦਕੋਟ ਦੇ ਵਿੱਚ ਹੈ ਤਾਂ ਮੈਰਿਟ ਤੇ ਆਰਡਰ ਤਾਂ ਨਹੀਂ ਹੋਇਆ ਨਾ ਜੀ। ਪਰ ਸਰ ਸੁਣੋ ਜੀ ਜਦੋਂ ਇਹੀ ਦੂਸਰੇ ਕੇਸ ਦੀ ਜਦੋਂ ਵਾਰੀ ਆਈ ਉਸੇ ਤਰਜ਼ ਤੇ ਦੋਸ਼ੀ ਬਹਬਲ ਕਲਾਂ ਵਾਲਾ ਕੇਸ ਜਦੋਂ ਕੁਐਸ ਕਰਵਾ ਰਹੇ ਸੀਗੇ ਜਾਂ ਅਪੀਲ ਉਹਨਾਂ ਨੇ ਅਰਜੀ ਪਾਈ ਹੋਈ ਸੀ ਤਾਂ ਉੱਥੇ ਮੈਂ ਖੜ ਗਿਆ ਜੀ ਆਪਣੇ ਵਕੀਲ ਸਾਹਿਬ ਨੂੰ ਨਾਲ ਲੈ ਕੇ। ਉਦੋਂ ਤੁਸੀਂ ਸਰਵਿਸ ਤੋਂ ਬਾਹਰ ਸੀ? ਸਰਵਿਸ ਤੋਂ ਬਾਹਰ ਸੀ, ਮੈਂ ਖੜ ਗਿਆ। ਮੈਂ ਕਿਹਾ ਕਿ ਦੇਖੋ ਅਸੀਂ ਕੋਈ ਬਹਿਸ ਨਹੀਂ ਕਰਨੀ, ਸਿਰਫ ਇਹ ਕਰਨਾ ਹੈ ਕਿ ਪਹਿਲਾਂ ਵੀ ਦੇਖੋ ਸਾਡੀ ਸੁਣਵਾਈ ਨਹੀਂ ਹੋਈ ਭਾਵੇਂ ਸਰਕਾਰ ਦੀ ਗਲਤੀ ਕਰਕੇ। ਤਾਂ ਅਸੀਂ ਸਿਰਫ ਇਹੀ ਬੇਨਤੀ ਕੀਤੀ ਮਾਨਯੋਗ ਹਾਈ ਕੋਰਟ ਦੇ ਵਿੱਚ ਕਿ ਤੁਸੀਂ ਸਾਡੀ ਰਿਪੋਰਟ ਇੱਥੇ ਮੰਗਵਾ ਲਓ। ਰਿਪੋਰਟ ਤੇ ਅਸੀਂ ਬਹਿਸ ਕਰਦੇ ਹਾਂ। ਇੱਕ ਲਾਈਨ ਜੇਕਰ ਗਲਤ ਹੋ ਜਾਵੇ ਜੋ ਮਰਜ਼ੀ ਕਰੋ, ਕੁਐਸ ਕਰੋ, ਮੈਂ ਵਿਧਾਇਕੀ ਵੀ ਛੱਡਣ ਵਾਸਤੇ ਤਿਆਰ ਸੀ। ਮੈਂ ਆਪਣੇ ਵਕੀਲ ਸਾਹਿਬ ਨੂੰ ਬੋਲ ਦਿੱਤਾ ਸੀ ਕਿ ਤੁਸੀਂ ਇਹ ਦੱਸ ਸਕਦੇ ਹੋ ਕਿ ਇੱਕ ਲਾਈਨ ਵੀ ਜੇਕਰ ਗਲਤ ਹੋ ਜਾਵੇ ਠੀਕ ਹੈ ਜੀ। ਤਾਂ ਉੱਥੇ ਬਹਿਸ ਚਲੀ। ਮੈਂ CM ਸਾਹਿਬ ਨੂੰ ਵੀ ਚਿੱਠੀ ਲਿਖੀ ਸੀ ਉਸ ਬਾਰੇ। ਕਾਫੀ ਸ਼ੋਰ ਮਚ ਗਿਆ ਕਿ ਆਪਣੇ ਹੀ CM ਨੂੰ ਚਿੱਠੀ ਲਿਖੀ। ਮੈਂ ਕਿਹਾ ਕਿ ਆਪਣੇ CM ਨੂੰ ਨਹੀਂ ਲਿਖਾਂਗਾ ਤਾਂ ਲਾਹੌਰ ਦੇ CM ਨੂੰ ਤਾਂ ਮੈਂ ਨਹੀਂ ਲਿਖ ਸਕਦਾ ਠੀਕ ਹੈ ਨਾ, ਆਪਣੇ ਨੂੰ ਲਿਖਾਂਗਾ ਠੀਕ ਹੈ। ਤਾਂ ਫਿਰ ਦੇਖੋ ਜਦੋਂ ਇਸ ਤਰੀਕੇ ਦਾ ਸਿਸਟਮ ਬਣ ਗਿਆ ਤਾਂ 4 ਜੁਲਾਈ ਨੂੰ ਜੋ ਆਰਡਰ ਆਇਆ ਬਹਬਲ ਕਲਾਂ ਦੇ ਵਿੱਚ ਉਹ ਸਾਡੇ ਹੱਕ ਦੇ ਵਿੱਚ ਆ ਗਿਆ ਕਿ ਨਹੀਂ ਆ ਗਿਆ? ਸੇਮ ਸਰਕਮਸਟੈਂਸਸ ਜੀ, ਸੇਮ ਸਿਚੁਏਸ਼ਨ, ਕੇਸ ਵੀ ਵਹੀ, ਇੱਕ ਕੋਟ ਕਪੂਰਾ ਦਾ ਹੈ, ਇੱਕ ਬਹਬਲ ਕਲਾਂ ਦਾ ਹੈ। ਅਸੀਂ ਮਤਲਬ ਠੀਕ ਤਰੀਕੇ ਦੇ ਨਾਲ ਆਪਣੇ ਆਪ ਨੂੰ ਪ੍ਰੈਜ਼ੈਂਟ ਕੀਤਾ ਮਾਨਯੋਗ ਹਾਈ ਕੋਰਟ ਦੇ ਵਿੱਚ। ਤੇ ਦੇਖੋ ਜੋ SIT ਇਨਵੈਸਟੀਗੇਸ਼ਨ ਕਰ ਰਹੀ ਹੈ ਨਾ ਬਹਬਲ ਕਲਾਂ ਵਾਲੀ ਜੀ, ਉਹਦੇ ਵਿੱਚ ਉਹਨਾਂ ਨੇ ਵਹੀ ਕਰਨਾ ਹੈ ਜੋ ਰਹਿ ਗਿਆ ਹੈ, ਮਤਲਬ ਰੰਦਾ ਹੋਇਆ ਇਨਵੈਸਟੀਗੇਸ਼ਨ, ਬਕਾਇਆ ਇਨਵੈਸਟੀਗੇਸ਼ਨ। ਤੁਹਾਡੇ ਵਾਲੀ ਚ ਨਵੇਂ ਸਿਰੇ ਤੋਂ ਹੋ ਰਹੀ ਹੈ ਕੋਟਕਪੂਰੇ ਵਾਲੀ? ਨੇ ਉਹ ਵੀ ਬਹਬਲ ਕਲਾਂ ਵਾਲਾ ਵੀ ਮੇਰਾ ਹੀ ਹੈ। ਬਹਬਲ ਕਲਾਂ ਵੀ ਪੇਸ਼ ਨਹੀਂ ਨਾ ਉਹ ਕੀਤਾ ਸੀ
ਨਾ ਪੇਸ਼ ਕਰ ਦਿੱਤਾ ਸੀ, 4 ਚਲਾਨ ਉੱਥੇ ਪੇਸ਼ ਹੋ ਪਰ ਰੱਦ ਤੁਹਾਡਾ ਸਿਰਫ ਕੋਟਕਪੂਰਾ ਵਾਲਾ ਹੋਇਆ ਰੱਦ ਇਧਰ ਹੋਇਆ ਸੀ ਜੀ। ਤਾਂ ਬਹਬਲ ਕਲਾ ਵਾਲੀ ਐਸਆਈਟੀ ਜੋ ਕਰ ਰਹੀ ਹੈ ਨਾ, ਉਹ ਫਰਦਰ ਇਨਵੈਸਟੀਗੇਸ਼ਨ ਕਰ ਰਹੀ ਹੈ। ਨੌਨਿਹਾਲ ਸਿੰਘ ਵਾਲੀ ਮਤਲਬ ਜਿੱਥੇ ਸਾਡੀ ਵਾਲੀ ਐਸਆਈਟੀ ਨੇ ਛੱਡ ਦਿੱਤੀ ਸੀ ਇਨਵੈਸਟੀਗੇਸ਼ਨ ਜਦੋਂ ਮੈਂ ਇਸਤੀਫਾ ਦੇ ਦਿੱਤਾ ਸੀ, ਜੀ ਉੱਥੋਂ ਆਗੇ ਕਰਨਗੇ, ਉਹਨੂੰ ਫਰਦਰ ਇਨਵੈਸਟੀਗੇਸ਼ਨ ਕਿਹਾ ਜੀ 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 ਜੋ ਇਧਰ ਹੋ ਰਿਹਾ ਸੀ ਕੋਟਕਪੂਰਾ ਦੇ ਵਿੱਚ, ਜਿਹਦੇ ਵਿੱਚ ਹੁਣ 24 ਤਰੀਕ ਨੂੰ ਚਲਾਨ ਪੇਸ਼ ਹੋਇਆ ਹੈ, ਇਹ ਰੀ ਇਨਵੈਸਟੀਗੇਸ਼ਨ ਸੀ ਅੱਜ। ਮਤਲਬ ਸਾਡੇ ਵੱਲੋਂ ਜੋ ਤਫਤੀਸ਼ ਕੀਤੀ ਗਈ ਹੈ ਉਹਨੂੰ ਦਰਕਿਨਾਰ ਕਰਦੇ ਹੋਏ। ਸਰ ਮੇਰਾ ਕੁਐਸਚਨ ਮੇਰੇ ਖਿਆਲ ਚ ਇਗਨੋਰ ਹੋ ਰਿਹਾ ਹੈ, ਜਿਹੜਾ ਮੈਂ ਕੀਤਾ ਸੀ ਤੁਹਾਨੂੰ ਕੁਐਸਚਨ, ਤੁਸੀਂ 2022 ਦੇ ਵਿੱਚ ਕਹਿ ਦਿੱਤਾ ਸੀ ਜਦੋਂ ਸਰਕਾਰ ਵੀ ਨਹੀਂ ਸੀ ਤੁਹਾਡੀ ਤੇ ਤੁਸੀਂ ਸਰਵਿਸ ਵਿੱਚ ਵੀ ਨਹੀਂ ਸੀ ਕਿ ਇੱਕ ਫ੍ਰੈਂਡਲੀ ਚਲਾਨ ਪੇਸ਼ ਹੋਏਗਾ। ਕੀ 24 ਫਰਵਰੀ ਵਾਲਾ ਚਲਾਨ ਤੁਹਾਨੂੰ ਲੱਗਦਾ ਹੈ ਕਿ ਫ੍ਰੈਂਡਲੀ ਹੈ, ਜਿਸ ਕਰਕੇ ਤੁਹਾਨੂੰ 7 ਮਾਰਚ ਨੂੰ ਮਹਿਜ 5-8 ਦਿਨਾਂ ਬਾਅਦ ਹੀ ਕਹਿਣਾ ਪੈ ਗਿਆ ਸਦਨ ਦੇ ਵਿੱਚ ਕਿ ਇਨਸਾਫ 200 ਸਾਲ ਬਾਅਦ ਮਿਲੇਗਾ? ਮੈਂ ਤੁਹਾਨੂੰ ਕਿਉਂ ਮਤਲਬ ਮੈਂ ਉੱਥੇ ਕਿਉਂ ਕਿਹਾ ਕਿ 200 ਸਾਲ ਜੀ 200 ਸਾਲ ਮੈਂ ਸੋਚ ਵਿਚਾਰ ਕੇ ਮੈਂ ਉਸ ਦੀਵਾਰ ਤੇ ਵੀ ਜਾਂਦਾ ਹਾਂ ਜੀ। ਜੋ ਦੀਵਾਰ ਹੈ ਨਾ ਉੱਥੇ ਜਾਂਦਾ ਹੈ, ਮੈਂ ਮੱਥਾ ਟੇਕਦਾ ਹਾਂ, ਮੈਂ ਬੈਠਦਾ ਹਾਂ, ਪਰ ਸਰ ਅਰਦਾਸ ਬੇਨਤੀ ਕਰਦਾ ਹਾਂ। ਸੁਣੋ ਮੇਰੀ ਗੱਲ, ਨਹੀਂ ਮੇਰੀ ਗੱਲ ਸੁਣੋ, ਇਹਦਾ ਮਤਲਬ ਉਹ ਚਲਾਨ ਨੂੰ ਵੀ ਫ੍ਰੈਂਡਲੀ ਹੈ। ਜੋ ਅਪੀਲ ਮੈਂ ਕੀਤੀ ਸੀ ਬਹੁਤ ਸੋਚ ਵਿਚਾਰ ਕੇ ਕੀਤੀ ਸੀ ਨਾ, ਮੈਂ ਉੱਥੇ ਲਿਖ ਦਿੱਤਾ ਸੀ ਕਿ ਮੇਰੀ ਬੁੱਧੀਮਤਾ ਅਤੇ ਕਾਨੂੰਨ ਦੀ ਮੇਰੀ ਜਾਣਕਾਰੀ ਦੇ ਮੁਤਾਬਿਕ ਉਸ ਤੋਂ ਉੱਪਰ ਕੋਈ ਅਦਾਲਤ ਨਹੀਂ ਹੈ। ਬਹੁਤ ਸੋਚ ਵਿਚਾਰ ਕੇ, ਕਿਉਂਕਿ ਹਰ ਹੋਪ ਖਤਮ ਹੋ ਗਿਆ ਸੀ, ਕੋਈ ਉਮੀਦ ਮੇਰੇ ਸਾਹਮਣੇ ਰਹਿ ਨਹੀਂ ਗਈ ਸੀ। ਠੀਕ ਹੈ, ਹੁਣ ਜੋ 200 ਸਾਲ ਵਾਲੀ ਗੱਲ ਮੈਂ ਕਹੀ, ਕਾਰਨ ਦੇਖੋ ਅਸੀਂ ਡਿਸਕਸ਼ਨ ਜ਼ਰੂਰ ਕਰ ਲੈਨੇ ਹਾਂ 5 ਮਿੰਟ 30 ਮਿੰਟ ਆਧਾ ਘੰਟਾ 1 ਘੰਟਾ, ਲੇਕਿਨ ਮੈਂ ਤਾਂ ਹੀ ਕਿਹਾ ਨਾ ਕਿ 200 ਸਾਲ ਤੱਕ ਇਹ ਚੱਲਦਾ ਰਹੂਗਾ। ਕਿਉਂ? ਕਿਉਂਕਿ ਇਹ 10 ਮਿੰਟ 15 ਮਿੰਟ ਆਧਾ ਘੰਟਾ 1 ਘੰਟਾ ਦੇ ਵਿੱਚ ਤੁਸੀਂ ਕਨਕਲੂਡ ਨਹੀਂ ਕਰ ਸਕਦੇ ਹੋ, ਕਨਕਲੂਡ ਨਹੀਂ ਕਰ ਸਕਦੇ ਹੋ ਡਿਸਕਸ਼ਨ। ਸੁਣੋ ਤੁਸੀਂ ਨਹੀਂ ਕਰ ਸਕਦੇ, ਅਸੀਂ ਬਸ ਇੱਕ ਥੋੜਾ ਸਾ ਹਿੱਸਾ ਅਸੀਂ ਜ਼ਰੂਰ ਬੋਲਦੇ ਹਾਂ। अब ਹੁਣ मैं ਉੱਥੇ ਆ ਰਿਹਾ ਹਾਂ ਜੀ, ਜਦੋਂ ਚਲੋ ਰਿਪੋਰਟ ਕੁਐਸ ਹੋ ਗਈ ਜੀ, ਔਰ ਆਰਡਰ ਆ ਗਿਆ। ਉਹਦੇ ਵਿੱਚ ਇੱਕ ਸੀਗਾ ਮਾਨਯੋਗ ਹਾਈ ਕੋਰਟ ਦੇ ਆਰਡਰ ਦੇ ਵਿੱਚ ਕਿ ਇੱਕ ਨਵੀਂ ਐਸਆਈਟੀ ਬਣਾਈ ਜਾਵੇ ਜਿਸ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨਾ ਹੋਣ, ਜੀ, ਪਲੱਸ ਉਸ ਦਾ ਮੁਖੀ ਏਡੀਜੀਪੀ ਜਾਂ ਉਸ ਤੋਂ ਉੱਪਰ ਦਾ ਅਫਸਰ ਹੋਵੇ। ਮਤਲਬ ਏਡੀਜੀਪੀ ਰੈਂਕ ਦਾ ਹੋ ਸਕਦਾ ਹੈ ਜੀ, ਡੀਜੀਪੀ ਦਾ ਰੈਂਕ ਦਾ ਹੋ ਸਕਦਾ ਤੇ ਨਾਲ ਹੀ ਕਿਹਾ ਕਿ ਗਵਰਨਮੈਂਟ ਇੰਟਰਫੇयर ਨਾ ਕਰੇ। ਚਲੋ ਉਹ ਤਾਂ ਹੁੰਦਾ ਹੀ ਹੈ ਜੀ, मैं भी बहुत सारा केस मतलब उससे मानयोग हाई कोर्ट ਦੇ मतलब ਆਰਡਰਾਂ ਤੇ ਮੈਂ ਬਹੁਤ मतलब ਕੀਤਾ ਹੋਇਆ ਹਾਂ ਔਰ ਮੈਨੂੰ मतलब ਕਾਫੀ ਐਪਰੀਸ਼ੀਏਟ ਵੀ ਕੀਤਾ ਗਿਆ ਹੈ, ਫਾਰਮਲੀ ਵੀ ਇਨਫਾਰਮਲੀ ਵੀ। ਮੇਰੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਮੈਨੂੰ ਹਾਈ ਕੋਰਟ ਦੇ ਪੁਲਿਸ ਅਫਸਰ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਸੀ। ਜਦੋਂ ਮੈਂ ਨੌਕਰੀ ਦੇ ਵਿੱਚ ਸੀਗਾ ਆਮ ਹੀ ਅਫਸਰ ਬੋਲੇ ਤੁਸੀਂ ਤਾਂ ਹਾਈ ਕੋਰਟ ਦੇ ਅਫਸਰ ਹੋ ਜੀ, ਜਿਵੇਂ ਦੇਸੀ ਭਾਸ਼ਾ ਚ ਆਪਾਂ ਵਾਰੰਟ ਅਫਸਰ ਕਹਿ ਦਿੰਦੇ ਆ। ਹਾਂ ਚਲੋ ਮਤਲਬ ਤੁਸੀਂ ਹਾਈ ਕੋਰਟ ਦੇ ਅਫਸਰ ਜੀ। ਚਲੋ ਫਿਰ ਉੱਥੇ ਇਹੀ ਸੀਗਾ ਨਾ ਕਿ ਏਡੀਜੀਪੀ ਜਾਂ ਉਸ ਤੋਂ ਉੱਪਰ ਦਾ ਅਫਸਰ ਹੋਵੇ। ਤੁਸੀਂ ਗ੍ਰੇਡੇਸ਼ਨ ਲਿਸਟ ਉਦੋਂ ਦਾ ਦੇਖ ਲਓ, ਨੈਟ ਤੇ ਵੀ ਅਵੇਲੇਬਲ ਹੈ, ਕਿਸੇ ਵੀ ਥਾਂ ਤੋਂ ਤੁਸੀਂ ਦੇਖ ਸਕਦੇ ਹੋ। ਜਿੰਨੇ ਵੀ ਡੀਜੀਪੀ ਤੇ ਏਡੀਜੀਪੀ ਰੈਂਕ ਦੇ ਅਫਸਰ ਸੀਗੇ, ਉਦੋਂ ਦੀ ਸਰਕਾਰ ਜੋ ਚਲਾਨ ਜਿਸ ਫ੍ਰੈਂਡਲੀ ਚਲਾਨ ਦੀ ਮੈਂ ਗੱਲ ਕਰ ਰਿਹਾ ਉਦੋਂ ਹੀ ਹੋ ਗਿਆ ਸੀ ਕਿ ਇੱਕ ਫ੍ਰੈਂਡਲੀ ਚਲਾਨ ਦੇਣਾ ਹੈ। ਇਹ ਉਦੋਂ ਹੀ ਤੈਅ ਹੋ ਗਿਆ ਸੀ। ਦੇਖੋ ਮੈਂ ਵੀ ਐਸੀ ਸੁਸਾਇਟੀ ਦੇ ਵਿੱਚ ਰਹਿੰਦਾ ਹਾਂ, ਇੱਥੇ ਰਹਿੰਦਾ ਹਾਂ, ਕਿਸੇ ਵੀ ਥਾਂ ਤੇ ਕੋਈ ਚੀਜ਼ ਹੋ ਰਿਹਾ ਹੈ ਨਾ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਗੱਲ ਟਰੈਵਲ ਕਰਦੀ ਹੈ। ਤੇ ਇਹ ਐਸਆਈਟੀ ਦੇ ਗਠਨ ਤੋਂ ਪਹਿਲਾਂ ਹੀ ਇੱਕ ਫ੍ਰੈਂਡਲੀ ਚਲਾਨ ਦੇਣ ਦੀ ਗੱਲ ਆ ਗਈ ਸੀ। ਠੀਕ ਹੈ ਕਿ ਜਦੋਂ ਹਾਈ ਕੋਰਟ ਨੇ ਐਸਆਈਟੀ ਦਾ ਗਠਨ ਕੀਤਾ ਉਸ ਤੋਂ ਪਹਿਲਾਂ ਹੀ ਦੇਖੋ ਹਾਈ ਕੋਰਟ ਨੇ ਨਹੀਂ ਕੀਤਾ ਗਠਨ, ਹਾਈ ਕੋਰਟ ਨੇ ਤਾਂ ਕਿਹਾ ਹੈ ਨਾ ਗਠਨ ਹਾਈ ਕਰਨ ਕੋਰਟ ਨੇ ਵਾਸਤੇ। ਤਾਂ ਆਰਡਰ ਕੀਤਾ ਕਿ ਇੱਕ ਐਸਆਈਟੀ ਗਠਨ ਕਰੋ। ਇਹ ਹਾਈ ਕੋਰਟ ਦੀ ਐਸਆਈਟੀ ਨਹੀਂ ਹੈ, ਹਾਈ ਕੋਰਟ ਦੀ ਨਹੀਂ ਹੈ ਬਟ ਆਰਡਰਸ ਦੇ ਅਕੋਰਡਿੰਗ ਆਰਡਰ ਸੀਗਾ। ਜੀ ਜੀ। ਉਹਦੇ ਵਿੱਚ ਮੰਨ ਲਓ ਉਦੋਂ ਮਿਨੀਮਮ 10 ਅਫਸਰ ਸੀਗੇ ਡੀਜੀਪੀ ਰੈਂਕ ਦੇ ਤੇ 20 ਤੋਂ ਉੱਪਰ ਅਫਸਰ ਸੀਗੇ ਏਡੀਜੀਪੀ ਰੈਂਕ ਦੇ ਜੀ, 30 ਤੋਂ ਜ਼ਿਆਦਾ ਅਫਸਰ ਸੀਗੇ ਜੀ, ਉਹਨਾਂ ਚੋਂ ਚੁਣਨੇ ਸੀ, ਉਹਨਾਂ ਚੋਂ ਚੁਣਨਾ ਸੀ। ਮੰਨ ਲਓ ਇਹ ਕਿਸ ਤਰ੍ਹਾਂ ਹੋ ਗਿਆ ਕਿ ਉਹ 30 ਅਫਸਰ ਕੀ ਨਾਕਾਬਿਲ ਸੀਗੇ ਹੈ ਤੇ ਇੱਕ ਪ੍ਰਮੋਸ਼ਨ ਆਰਡਰ ਆ ਰਿਹਾ ਹੈ ਜੀ ਮਈ ਮਹੀਨੇ ਦੇ ਵਿੱਚ ਪਹਿਲੇ ਹਫਤੇ ਦੇ ਵਿੱਚ, 5 ਤਰੀਕ ਜਾਂ 6 ਤਰੀਕ ਨੂੰ 7 ਅਫਸਰਾਂ ਦਾ ਪ੍ਰਮੋਸ਼ਨ ਹੋਇਆ। LK ਯਾਦਵ 96 ਬੈਚ ਦੇ ਅਫਸਰ, 94 ਤੱਕ ਏਡੀਜੀਪੀ ਸੀਗੇ ਤੇ 95 ਨੂੰ ਵੀ ਪ੍ਰਮੋਟ ਕੀਤਾ ਗਿਆ। ਦੇਖੋ ਉਸ ਲਿਸਟ ਦੇ ਵਿੱਚ ਸਭ ਤੋਂ ਥੱਲੇ ਤੁਸੀਂ ਦੇਖ ਸਕਦੇ ਹੋ, ਨੈਟ ਤੇ ਸਾਰਾ ਕੁਝ ਅਵੇਲੇਬਲ ਜੀ, ਸਭ ਤੋਂ ਥੱਲੇ LK ਯਾਦਵ ਦਾ ਨਾਮ ਸੀਗਾ ਜੀ। ਤਾਂ ਉਹਨਾਂ ਨੂੰ ਸਿੱਟ ਦਾ ਹੈੱਡ ਬਣਾਉਣ ਵਾਸਤੇ ਪ੍ਰਮੋਟ ਕੀਤਾ। ਤੁਸੀਂ ਇਹ ਕਹਿਣਾ ਚਾਹ ਰਹੇ? ਮੈਂ ਸਪਸ਼ਟ ਮੈਂ ਬੋਲ ਚੁੱਕਿਆ ਹਾਂ ਜੀ 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 ਕਿ ਉਹਨਾਂ ਨੂੰ ਹੀ ਪਹਿਲਾਂ ਸਿਲੈਕਟ ਕਰ ਲਿਆ ਗਿਆ, ਫਿਰ ਪ੍ਰਮੋਟ ਸਭ ਤੋਂ ਪਹਿਲਾਂ
ਇਹ ਹਾਈ ਕੋਰਟ ਦੇ ਆਰਡਰਾਂ ਦੀ ਉਲੰਘਣਾ ਹੋ ਗਈ। ਜਿਸ ਦਿਨ ਆਰਡਰ ਆਇਆ ਹੈ ਨਾ ਜੀ ਉਸ ਦਿਨ ਜੋ ਏਡੀਜੀਪੀ ਜਾਂ ਡੀਜੀ ਸੀਗੇ ਨਾ ਉਹ ਕਰ ਸਕਦੇ ਸੀ ਇਨਵੈਸਟੀਗੇਸ਼ਨ। ਤਾਂ ਫਸਟ ਪੁਆਇੰਟ ਆਫ ਟਾਈਮ ਦੇਖੋ ਇੱਥੇ ਗੜਬੜੀ ਹੋਈ ਹੈ। ਇੱਥੇ ਇੰਟੈਂਸ਼ਨ ਤੁਸੀਂ ਦੇਖੋ ਨਹੀਂ, ਇਹਦਾ ਮਤਲਬ ਕਿ ਐਲਕੇ ਯਾਦਵ ਨੂੰ ਕਿਸੇ ਤਿਆਰੀ ਨਾਲ ਲਗਾਇਆ ਗਿਆ ਸੀ ਕਿ ਫ੍ਰੈਂਡਲੀ ਚਲਾਨ ਪੇਸ਼ ਕੀਤਾ ਜਾਏਗਾ। ਮੇਰੀ ਗੱਲ ਤਾਂ ਸੁਣੋ, ਉਸ ਲਿਸਟ ਦੇ ਵਿੱਚ ਸਭ ਤੋਂ ਥੱਲੇ ਪ੍ਰਮੋਸ਼ਨ ਵਾਲੀ ਲਿਸਟ ਦੇ ਵਿੱਚ ਉਹਨਾਂ ਦਾ ਨਾਂ ਸੀ। ਮੈਂ ਇਹ ਨਹੀਂ ਕਹਿੰਦਾ ਕਿ ਹਾਂ ਉਹਨਾਂ ਦੇ ਵਿੱਚ ਕਾਬਲੀਅਤ ਨਹੀਂ ਹੈ ਜਾਂ ਉਹ ਮਤਲਬ ਤੁਸੀਂ ਇਹ ਨਹੀਂ ਕਹਿੰਦੇ। ਦੇਖੋ ਜੇ ਕਾਬਲੀਅਤ ਨਾ ਹੁੰਦੀ ਤਾਂ ਉਹਨਾਂ ਨੂੰ ਪ੍ਰਮੋਟ ਕਰਕੇ ਲਿਆਂਦਾ ਕਿਉਂ ਜਾਂਦਾ। ਲੇਕਿਨ ਉਸ ਲਿਸਟ ਦੇ ਵਿੱਚ ਮੇਰੀ ਗੱਲ ਤਾਂ ਸੁਣੋ, ਉਸ ਲਿਸਟ ਦੇ ਵਿੱਚ ਸਭ ਤੋਂ ਥੱਲੇ ਉਹਨਾਂ ਦਾ ਨਾਂ ਸੀਗਾ। ਉਹਨਾਂ ਨੂੰ ਪ੍ਰਮੋਟ ਕਰਨ ਵਾਸਤੇ ਬਾਕੀ ਸਾਰੇ 95 ਬੈਚ ਤੇ ਉਹਨਾਂ ਦੇ ਆਪਣੇ ਬੈਚ ਦੇ ਸਾਰੇ ਅਫਸਰਾਂ ਨੂੰ ਪ੍ਰਮੋਟ ਕੀਤਾ ਗਿਆ ਜੀ, ਠੀਕ ਹੈ ਕਿ ਨਹੀਂ। 2 ਦਿਨ ਬਾਅਦ SIT ਦਾ ਗਠਨ ਹੁੰਦਾ ਹੈ ਔਰ ਉਹ ਹੈਡ ਬਣ ਜਾਂਦੇ ਨੇ ਤੇ ਉਹਨਾਂ ਨੇ ਚਲਾਨ ਪੇਸ਼ ਕੀਤਾ। ਸਭ ਤੋਂ ਪਹਿਲਾ ਵਾਇਲੇਸ਼ਨ ਦੇਖੋ ਹਾਈ ਕੋਰਟ ਦੇ ਆਰਡਰਾਂ ਦਾ ਉੱਥੇ ਹੋ ਗਿਆ। ਸਰ ਤੁਸੀਂ ਪਹਿਲੇ ਦਿਨ ਤੇ ਖੜੇ ਹੋ, ਮੈਂ ਪਿਛਲੇ ਦਿਨ ਤੇ ਖੜਾ, ਮੈਂ 24 ਫਰਵਰੀ ਤੇ ਖੜਾ। ਤਾਂ ਸੁਣੋ, ਮੈਂ ਉੱਥੇ ਆ ਰਿਹਾ ਜੀ, ਤਾਂ ਹੀ ਮੈਂ ਕਿਹਾ ਨਾ ਕਿ ਇਹ ਡਿਸਕਸ਼ਨ ਦਾ ਸਬਜੈਕਟ ਹੀ ਨਹੀਂ। ਮੈਨੂੰ ਡਰ ਲੱਗਦਾ ਤੁਸੀਂ ਮਿਸ ਨਾ ਕਰ ਦਿਓ। ਨਹੀਂ, ਮੈਂ ਮਿਸ ਨਹੀਂ ਕਰ ਸਕਦਾ। ਇਹ ਡਿਸਕਸ਼ਨ ਦਾ ਸਬਜੈਕਟ ਮੈਟਰ ਹੀ ਨਹੀਂ ਹੈ, ਲੇਕਿਨ ਅਸੀਂ ਸ਼ਬਦਾਂ ਦੇ ਵਿੱਚ ਇਹਨੂੰ ਬਾਂਧ ਰਹੇ ਹਾਂ, ਠੀਕ ਹੈ ਕਿ ਨਹੀਂ। ਤਾਂ ਆਧੀ ਅਧੂਰੀ ਜਾਣਕਾਰੀ ਹੀ ਜਨਤਾ ਦੇ ਕੋਲ ਜਾਂਦੀ ਹੈ। ਜਨਤਾ ਸੁਣਦੀ ਹੈ ਤਾਂ ਹੀ ਗੱਲਾਂ ਕਰਨ ਦਾ ਫਾਇਦਾ ਹੈ। ਤਾਂ ਹੀ ਮਤਲਬ ਤੁਸੀਂ ਡਿਟੇਲ ਦੇ ਵਿੱਚ ਦੇਖੋ। ਤਾਂ ਸਭ ਤੋਂ ਪਹਿਲਾ ਵਾਇਲੇਸ਼ਨ ਉੱਥੇ ਹੋ ਗਿਆ ਜੀ। ਆਰਡਰ ਵਾਲੇ ਦਿਨ ਜੋ ADGP DGP ਸੀਗੇ ਜੀ, ਉਹਨਾਂ ਨੂੰ ਹੀ ਰੱਖਣਾ ਚਾਹੀਦਾ ਸੀ ਉਸ SIT ਦਾ ਮੁਖੀ। ਵਾਇਲੇਸ਼ਨ ਹੋ ਗਿਆ ਬਿਲਕੁਲ। ਹਾਈ ਕੋਰਟ ਨੇ ਨਹੀਂ ਕਿਹਾ ਸੀ ਕਿ ਕਿਸੇ ਨੂੰ ਪ੍ਰਮੋਟ ਕਰਕੇ ਉਹਨਾਂ ਨੂੰ ਲਗਾ ਦਿਓ, ਠੀਕ ਹੈ। ਫਸਟ ਵਾਇਲੇਸ਼ਨ ਜੀ। ਤਾਂ ਉੱਥੇ ਮੋਟਿਵ ਦਾ ਪਤਾ ਚੱਲ ਗਿਆ ਸਰਕਾਰ ਦਾ। ਭਾਵੇਂ ਸਰਕਾਰ ਜੇਕਰ ਕਾਂਗਰਸ ਦੀ, ਜੇਕਰ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਟ੍ਰਾਇਲ ਨਹੀਂ ਹੁੰਦਾ ਉਦੋਂ ਟ੍ਰਾਇਲ ਨਹੀਂ ਹੋ ਰਿਹਾ ਹੁੰਦਾ ਜੀ, ਠੀਕ ਹੈ, ਤਾਂ ਇਹ ਚਲਾਨ ਹੋ ਜਾਣਾ ਸੀ ਉਦੋਂ ਹੀ ਜਦੋਂ ਕਾਂਗਰਸ ਦੀ ਸਰਕਾਰ ਸੀ। ਲੇਕਿਨ ਉੱਥੇ ਟ੍ਰਾਇਲ ਚੱਲ ਰਿਹਾ ਸੀ ਜੀ। ਸਰਹਿੰਦ ਦੀ ਦੀਵਾਰ ਤੇ ਸਭ ਕੁਝ ਲਿਖੀ ਜਾ ਰਹੀ ਸੀ ਜੀ। ਸਰਕਾਰ ਬਦਲਣੀ ਸੀ, ਸਰਕਾਰ ਬਦਲੀ, ਸਰਕਾਰ ਬਦਲੀ ਹੈ। ਉਹ ਟ੍ਰਾਇਲ 1 ਸਾਲ ਬਾਅਦ ਚਲਾਨ ਗਿਆ। ਪਰ ਨਾ ਤੁਸੀਂ ਸੁਣੋ, ਸਰਕਾਰ ਨਹੀਂ ਬਦਲੀ ਜੀ। ਸਭ ਤੋਂ ਪਹਿਲਾਂ ਸਤੰਬਰ ਮਹੀਨੇ ਦੇ ਵਿੱਚ ਜੀ ਕੋਈ ਰਿਜ਼ਲਟ ਆਇਆ, ਚੀਫ ਮਿਨਿਸਟਰ ਨੂੰ ਇਸਤੀਫਾ ਦੇਣਾ ਪੈ ਗਿਆ। ਜੇਕਰ ਚੀਫ ਮਿਨਿਸਟਰ ਇਸਤੀਫਾ ਜੀ ਚੀਫ ਮਿਨਿਸਟਰ ਦਾ ਇਸਤੀਫਾ ਨਹੀਂ ਆਇਆ ਹੁੰਦਾ ਜੀ, ਤਾਂ ਇਹ ਇਲੈਕਸ਼ਨ ਤੋਂ ਪਹਿਲਾਂ ਚਲਾਨ ਫ੍ਰੈਂਡਲੀ ਚਲਾਨ ਹੋ ਕੇ ਕੰਮ ਖਤਮ ਉਦੋਂ ਹੀ ਹੋ ਜਾਣਾ ਸੀ। ਓਕੇ, ਇਹਦੀ ਬੁਨਿਆਦ ਉਦੋਂ ਰੱਖੀ ਗਈ ਸੀ। LK ਯਾਦਵ ਜੇਕਰ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦੇ ਆ, ਚਰਨਜੀਤ ਸਿੰਘ ਚੰਨੀ ਜੇਕਰ ਨਾ ਮੁੱਖ ਮੰਤਰੀ ਬਣਦੇ ਆ, ਉਹ ਫੇਰ ਬਦਲ ਕਾਂਗਰਸ ਦੀ ਸਰਕਾਰ 'ਚ ਨਾ ਹੁੰਦਾ ਆਖਰੀ 3 ਮਹੀਨਿਆਂ 'ਚ, ਤਾਂ LK ਯਾਦਵ ਵਾਲੀ ਸਿੱਟ ਜੋ ਕਿ ਤੁਸੀਂ ਕਹਿ ਰਹੇ ਹੋ ਕਿ ਉਹ ਬਿਲਕੁਲ ਵਾਇਲੇਟ ਕਰਕੇ ਹਾਈ ਕੋਰਟ ਦੇ ਆਰਡਰਸ ਨੂੰ ਵਾਇਲੇਟ ਕਰਕੇ ਬਣਾਈ ਗਈ ਸੀ, ਕਿਉਂਕਿ ਵਾਇਲੇਸ਼ਨ ਇਸ ਤਰ੍ਹਾਂ ਕਿ ਕਿਉਂਕਿ ਉਸ ਦਿਨ ਉਹ ਉਸ ਰੈਂਕ 'ਚ ਨਹੀਂ ਸੀ, ਤਾਂ ਉਹ ਫ੍ਰੈਂਡਲੀ ਚਲਾਨ ਉਦੋਂ ਮੈਨੇਜ ਹੋ ਚੁੱਕਾ ਹੁੰਦਾ, ਮੈਨੇਜ ਹੋ ਗਿਆ ਹੁੰਦਾ। ਤਾਂ ਹੁਣ ਕੀ ਸੁਣੋ ਤੁਸੀਂ, LK ਯਾਦਵ ਮੇਰੀ ਗੱਲ ਤਾਂ ਸੁਣੋ ਜੀ, ਮੇਰੀ ਗੱਲ ਤਾਂ ਸੁਣੋ। ਉਦੋਂ ਜੇਕਰ ਮੰਨ ਲਓ ਕੈਪਟਨ ਸਾਹਿਬ ਸਤੰਬਰ ਮਹੀਨੇ ਦੇ ਵਿੱਚ ਰਿਜ਼ਾਈਨ ਕਰ ਗਏ, ਮੇਰੇ ਹਿਸਾਬ ਦੇ ਨਾਲ 18 ਸਤੰਬਰ। ਹਾਂ ਬਿਲਕੁਲ। ਇਹ ਚੀਜ਼ ਮੈਂ ਉਦੋਂ ਵੀ ਕਿਹਾ ਸੀ ਕਿ ਮੈਂ ਨੌਕਰੀ ਛੱਡ ਰਿਹਾ ਹਾਂ ਜੀ, ਇਹਦਾ ਰਿਪਰਕਸ਼ਨ ਆਉਣਾ ਜੀ, ਰਿਪਰਕਸ਼ਨ ਆਉਣਾ ਜੀ, ਔਰ ਬਹੁਤ ਵੱਡੇ ਲੋਕਾਂ ਨੂੰ ਵੀ ਰਿਜ਼ਾਈਨ ਕਰਨਾ ਪਵੇਗਾ। ਇਹ ਮੈਂ ਆਪਣੇ ਰਿਜ਼ਿਗਨੇਸ਼ਨ ਤੋਂ ਪਹਿਲਾਂ ਹੀ ਦੱਸ ਦਿੱਤੀ ਸੀ, ਠੀਕ ਹੈ। ਤਾਂ ਹੁਣ ਜਿਸ ਤਰੀਕੇ ਦੇ ਨਾਲ ਕੰਮ ਸ਼ੁਰੂ ਹੋਇਆ, ਜਦੋਂ ਚੰਨੀ ਸਾਹਿਬ ਬਣੇ, ਚੰਨੀ ਸਾਹਿਬ ਨੇ ਕੀ ਕੀਤਾ, ਸਭ ਤੋਂ ਪਹਿਲਾਂ ਐਡਵੋਕੇਟ ਜਨਰਲ ਕਿਸ ਨੂੰ ਲਗਾਇਆ। ਮੈਂ 22 ਤਰੀਕ ਨੂੰ ਪ੍ਰੈਸ ਕਾਨਫਰੰਸ ਕੀਤੀ ਸਤੰਬਰ ਮਹੀਨੇ ਦੇ ਵਿੱਚ। ਉਦੋਂ ਇਹਨਾਂ ਨੇ ਲਗਾਇਆ ਵੀ ਨਹੀਂ ਸੀ, ਸੋਸ਼ਲ ਮੀਡੀਆ ਦੇ ਰਾਹੀਂ ਖਬਰ ਆ ਗਈ ਸੀ। ਜੋ ਵਕੀਲ ਸਾਹਿਬ, ਬਹੁਤ ਕਾਬਿਲ ਵਕੀਲ ਸਾਹਿਬ, APS ਦਿਓਲ ਸਾਹਿਬ ਸੀ, ਸੁਣੋ ਬਹੁਤ ਕਾਬਿਲ, ਕਿਉਂਕਿ ਇਹ ਚ ਲੁਕਾ ਥੋੜਾ, ਸੁਣੋ ਬਹੁਤ ਕਾਬਿਲ, ਮੈਂ ਇਹ ਨਹੀਂ ਕਹਿੰਦਾ ਕਿ ਹਾਂ ਜੀ ਠੀਕ ਹੈ, ਲੇਕਿਨ ਨੈਚੁਰਲ ਜਸਟਿਸ ਕੀ ਕਹਿੰਦਾ ਹੈ ਜੀ, ਰੂਲ ਆਫ ਪ੍ਰੋਸੀਜਰ ਕੀ ਕਹਿੰਦਾ ਹੈ ਕਿ ਜਦੋਂ ਇਹੀ ਕੇਸ ਤੁਹਾਡੀ ਪ੍ਰਾਇੋਰਿਟੀ ਦੇ ਵਿੱਚ ਹੈ ਔਰ ਐਸੇ ਕੇਸ ਦੇ ਵਿੱਚ ਜੋ ਆਪੋਜੀਟ ਸਾਈਡ ਦੇ ਵਕੀਲ ਨੇ ਉਹਨਾਂ ਨੂੰ ਤੁਸੀਂ AG ਬਣਾ, ਉਹ ਅਪੀਅਰ ਨਹੀਂ ਹੋ ਸਕਦੇ। ਦੇਖੋ ਉਹਨਾਂ ਨੂੰ ਟੈਕਨੀਕਲ ਹੈ, ਬਾਹਰ ਜਾਣਾ ਪੈਣਾ, ਤਾਂ ਫਿਰ ਉੱਥੇ ਰੂਲ ਆਫ ਪ੍ਰਾਈਮੇਸੀ ਆ ਜਾਏਗੀ ਜੀ। ਹਾਂ, ਉਹ ਖੁਦ ਅਪੀਅਰ ਨਹੀਂ ਹੋ ਸਕਦੇ। ਉੱਥੇ ਇੱਕ ਮੰਤਰੀ ਨੇ ਕਿਹਾ, ਮੈਨੂੰ ਬਹੁਤ ਹਾਸਾ, ਮਤਲਬ ਮੈਨੂੰ ਚੰਗਾ ਨਹੀਂ ਲੱਗਿਆ। ਮੰਤਰੀ ਨੇ ਕਹਾ ਕਿ ਪਹਿਲਾਂ ਇਹ ਦੋਸ਼ੀਆਂ ਦਾ ਕੇਸ ਲੜ ਕੇ ਦੋਸ਼ੀਆਂ ਦੀ ਹੈਲਪ ਕਰਦੇ ਸੀਗੇ, ਮਤਲਬ ਜਾਂ ਦੋਸ਼ੀਆਂ ਦਾ ਕੇਸ ਜਿੱਤਦੇ ਸੀਗੇ, ਹੁਣ ਸਰਕਾਰ ਦਾ ਕੇਸ ਲੜ ਕੇ ਸਰਕਾਰ ਦਾ ਕੇਸ ਜਿੱਤਣਗੇ ਜੀ। ਜਦ ਕਿ ਜੇਕਰ ਦੋਸ਼ੀਆਂ ਵੱਲੋਂ ਜਦੋਂ ਪੇਸ਼ ਹੋ ਗਏ ਇੱਕ ਵਾਰ, ਤਾਂ ਸਰਕਾਰ ਵੱਲੋਂ ਤਾਂ ਪੇਸ਼ ਹੋ ਹੀ ਨਹੀਂ ਸਕਦੇ, ਔਰ ਉਹਨਾਂ ਕੇਸਾਂ ਦੇ ਵਿੱਚ ਪੇਸ਼ ਵੀ ਨਹੀਂ ਹੋ ਸਕਦੇ, ਠੀਕ ਹੈ। तो जो रूल ऑफ प्राइमेसी है, जो मतलब प्रायोरिटी दी जाती है एडवोकेट जनरल ਨੂੰ, वो ਉੱਥੇ ਚਲੋ ਮੈਂ ਪ੍ਰੈਸ ਕਾਨਫਰੰਸ 22 ਸਤੰਬਰ ਨੂੰ ਕਰ ਦਿੱਤਾ ਸੀ ਪਹਿਲਾਂ।
ਜੀ ਅਪਾਇੰਟਮੈਂਟ ਜਦੋਂ ਹੋ ਗਿਆ ਉਸ ਤੋਂ ਬਾਅਦ ਨਵਜੋਤ ਸਿੱਧੂ ਨੇ ਇਹ ਗੱਲ ਚੱਕ ਲਿਆ ਸੀ। ਠੀਕ ਹੈ ਜੀ। ਬਿਲਕੁਲ। ਤੇ ਉਹ ਰੋਜ਼ ਟਵੀਟ ਕਰਦੇ ਚਲੋ ਬਦਲਣਾ ਪਿਆ। ਉਹਨਾਂ ਨੇ ਬਾਅਦ ਦੇ ਵਿੱਚ ਬਦਲਣਾ ਪਿਆ, ਲੇਕਿਨ ਨੁਕਸਾਨ ਤਾਂ ਹੋ ਗਿਆ ਸੀ। ਠੀਕ ਹੈ। ਇਨ ਦ ਮੀਨ ਟਾਈਮ ਮਤਲਬ ਸਰਕਾਰ ਬਦਲ ਗਈ। ਉਸ ਤੋਂ ਬਾਅਦ ਫਿਰ SIT ਦਾ ਕੰਮ ਕਰਨ ਦਾ ਤੌਰ ਤਰੀਕਾ ਵੀ ਵਹੀ ਰਿਹਾ। SIT ਦਾ ਯਾਨੀ ਕਿ ਸਰਕਾਰ ਜਿਹੜੀ ਪਿਛਲੇ ਸਾਲ ਬਦਲੀ ਹੈ, ਉਸ ਤੋਂ ਸਾਲ ਬਦਲੀ ਹੈ ਤੁਹਾਡੀ ਸਰਕਾਰ। SIT ਤਾਂ ਇੰਡੀਪੈਂਡੈਂਟ ਹੈ ਨਾ ਜੀ, ਤੁਸੀਂ ਆਪ ਕਹ ਰਹੇ ਹੋ ਕਿ SIT ਨੇ ਕਿਸੇ ਨੂੰ ਮਤਲਬ ਉਹ ਕਰਨਾ ਇੰਟਰਫੇਰੈਂਸ ਨਹੀਂ ਕਰਨੀ। ਠੀਕ ਹੈ ਨਾ ਜੀ। ਤੌਰ ਤਰੀਕਾ ਵਹੀ ਰਿਹਾ। ਮੈਨੂੰ ਜਦੋਂ ਉਸ ਟਾਈਮ ਜੋ ਚੀਜ਼ ਪਤਾ ਲੱਗੀ ਸੀ ਕਿ ਫਰੈਂਡਲੀ ਚਲਾਨ, ਬਾਅਦ ਦੇ ਵਿੱਚ ਵੀ ਮੈਨੂੰ ਇਹੀ ਲੱਗਿਆ ਕਿ SIT ਉਸੇ ਹਿਸਾਬ ਦੇ ਨਾਲ ਕੰਮ ਕਰ ਰਹੀ ਹੈ ਜਿਸ ਦਿਨ ਇਸ SIT ਦਾ ਗਠਨ ਕੀਤਾ ਗਿਆ ਸੀ ਤੇ ਜੋ ਬਰੀਫਿੰਗ ਕੀਤੀ ਗਈ ਸੀ। ਜੇਕਰ ਸਰਕਾਰ ਉਦੋਂ ਦੀ ਕੈਪਟਨ ਸਾਹਿਬ ਵਾਲੀ ਸਰਕਾਰ ਓਨੈਸਟ ਸਰਕਾਰ ਹੁੰਦੀ ਤੇ ਇਨਸਾਫ ਪਸੰਦ ਹੁੰਦੀ ਤੇ ਜਿਸ ਦਿਨ ਆਰਡਰ ਆਇਆ ਸੀ 1-2 ਦਿਨ ਦੇ ਵਿੱਚ ਜੋ ਮੌਜੂਦਾ ADGP ਜਾਂ DGP ਸੀਗੇ ਉਹਨਾਂ ਦੇ ਅੰਡਰ SIT ਬਣਾ ਕੇ ਉਹ ਇਨਵੈਸਟੀਗੇਸ਼ਨ ਕਰਵਾ ਸਕਦੇ ਸੀ, ਲੇਕਿਨ ਕੋਈ ਤਿਆਰ ਨਹੀਂ ਸੀਗਾ। ਜੋ ਸਰਕਾਰ ਚਾਹੁੰਦੀ ਸੀ ਉਹ ਕਰਨ ਵਾਸਤੇ ਕੋਈ ਤਿਆਰ ਨਹੀਂ ਸੀ। ਚਲੋ, ਤਾਂ ਮੈਂ ਇਹ ਕਿਹਾ ਕਿ ਇੱਕ ਤਾਂ ਹੈ ਜੀ ਪ੍ਰਿੰਸੀਪਲ ਹੈ ਨੈਚੁਰਲ ਜਸਟਿਸ ਦਾ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਜੀ। ਕਈ ਗਵਾਹ ਮਤਲਬ ਅੱਜ ਦੀ ਤਾਰੀਖ ਦੇ ਵਿੱਚ ਨਹੀਂ ਮੌਜੂਦ ਹਨ, ਉਹਨਾਂ ਦੀ ਡੈਥ ਹੋ ਚੁੱਕੀ ਹੈ। ਕਈ ਗਵਾਹਾਂ ਨੂੰ ਤੁਹਾਨੂੰ ਪਤਾ ਹੈ ਕਿ ਦੋਸ਼ੀ ਹਾਈ ਪ੍ਰੋਫਾਈਲ ਨੇ। ਕਈ ਗਵਾਹਾਂ ਨੂੰ ਵੀ ਉਭਰ ਕਰ ਲਿਆ ਗਿਆ ਦੋਸ਼ੀਆਂ ਵੱਲੋਂ ਜੀ। ਕਈ ਗਵਾਹ ਇਸ ਤਰ੍ਹਾਂ ਦੇ ਨੇ, ਅਸੀਂ ਵੇਖਦੇ ਹਾਂ, ਅਸੀਂ ਮੁਲਾਕਾਤ ਵੀ ਕਰਦੇ ਹਾਂ, ਗੱਲਬਾਤ ਵੀ ਕਰਦੇ ਹਾਂ, ਕਾਰਨ ਕਿ ਉਹ ਸਾਡੇ ਕੋਲ ਆਉਂਦੇ ਨੇ। ਕਈ ਗਵਾਹਾਂ ਦਾ ਇੰਟਰਸਟ ਹੀ ਖਤਮ ਹੋ ਗਿਆ ਜੀ। ਇਹ 3 ਫੈਕਟਰ ਤੁਸੀਂ ਦੇਖੋ ਮੇਜਰ। ਕਈਆਂ ਦੀ ਡੈਥ ਹੋ ਗਈ। ਸੁਰਜੀਤ ਸਿੰਘ ਦਾ ਨਾਂ ਤੁਸੀਂ ਸੁਣੇ ਹੋਗੇ, ਬਹੁਤ ਰੌਲਾ ਰੱਪਾ ਪਿਆ ਸੀ। ਹੁਣ ਵੀ ਪਿਛਲੇ ਮਹੀਨੇ ਇੱਕ ਅਹਿਮ ਗਵਾਹ ਦਾ ਡੈਥ ਹੋਇਆ। ਇਹ ਤਾਂ ਅਹਿਮ ਗਵਾਹ ਦੀ ਗੱਲ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਗਵਾਹਾਂ ਦੀ ਡੈਥ ਹੋ ਗਈ ਹੈ। ਕਈ ਗਵਾਹ ਜ਼ਿਆਦਾ ਬਜ਼ੁਰਗ ਹੋ ਗਏ ਜੀ, ਜ਼ਿਆਦਾ ਬਜ਼ੁਰਗ ਹੋ ਗਏ। ਕਈਆਂ ਦੀ ਯਾਦਾਸ਼ਤ ਚਲੀ ਗਈ ਜੀ। ਕਈਆਂ ਨੂੰ ਵਿਨ ਓਵਰ ਕਰ ਲਿਆ ਗਿਆ। ਕਈਆਂ ਦਾ ਇੰਟਰਸਟ ਖਤਮ ਹੋ ਗਿਆ। ਜਾ ਕੇ SIT ਦੇ ਸਾਹਮਣੇ ਅਦਾਲਤਾਂ ਦੇ ਵਿੱਚ ਜਾ ਕੇ ਲੋਕੀ ਪਰੇਸ਼ਾਨ ਹੋ ਗਏ, ਥੱਕ ਗਏ। ਫਿਰ ਉਹਨਾਂ ਨੂੰ ਬਾਰ-ਬਾਰ ਬੁਲਾਇਆ ਜਾਊਗਾ ਤਾਂ ਹੁੰਦਾ ਕੀ ਹੈ ਕਿ ਉਹਨਾਂ ਦਾ ਇੰਟਰਸਟ ਖਤਮ ਹੋ ਜਾਂਦਾ ਹੈ। ਅਦਾਲਤ ਕਿਸ ਤਰ੍ਹਾਂ ਇਨਸਾਫ ਕਰੂਗੀ? ਜੋ ਗਵਾਹਾਂ ਦਾ ਬਿਆਨ ਆਊਗਾ, ਜੋ ਐਵੀਡੈਂਸ ਆਊਗਾ ਉਹਦੇ ਆਧਾਰ ਤੇ ਹੀ। ਠੀਕ ਹੈ ਯਾਨੀ ਕਿ 24 ਐਵੀਡੈਂਸ ਤੁਹਾਡੇ ਕੋਲ ਕਿੰਨਾ ਰਹਿ ਗਿਆ? ਸਰ ਉਹੀ ਹੈ ਨਾ, 24 ਫਰਵਰੀ ਦਾ ਜੋ ਚਾਰਜ ਸ਼ੀਟ ਹੈ ਜਿਹਦੇ 'ਚ ਨਾਮ ਨੇ, ਉਹ ਮੈਂ ਜੋ ਸਮਝ ਪਾ ਰਿਹਾ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਹੁਣ ਕੇਸ ਕਮਜ਼ੋਰ ਹੀ ਇੰਨਾ ਹੋ ਚੁੱਕਾ ਹੈ, ਐਵੀਡੈਂਸ ਕਮਜ਼ੋਰ ਹੀ ਇੰਨਾ ਹੋ ਚੁੱਕਾ ਹੈ, ਗਵਾਹਾਂ ਦੀ ਜਿਹੜੀ ਮੌਜੂਦਗੀ ਨਾ ਮੌਜੂਦਗੀ ਜਿਹੜੀ ਹੈ ਉਹ ਆਪਣੇ ਆਪ 'ਚ ਮਹੱਤਵਪੂਰਨ ਹੈ। ਉਸ ਨਜ਼ਰੀਏ ਤੋਂ ਇਹ ਭਾਵੇਂ ਫਰੈਂਡਲੀ ਚਲਾਨ ਹੈ। ਦੋ ਐਸਪੈਕਟ ਹੈ ਇਸ ਚੀਜ਼ ਦਾ ਜੀ। ਫਰੈਂਡਲੀ ਚਲਾਨ ਦੇਣ ਦਾ ਫੈਸਲਾ ਉਦੋਂ ਸਰਕਾਰ ਨੇ ਕਰ ਲਿਆ ਸੀ ਜੀ। ਨਹੀਂ, ਪਰ ਹੁਣ SIT ਨੇ ਫਰੈਂਡਲੀ ਉਸ ਸਰਕਾਰ ਦਾ ਕੰਮ ਕੀਤਾ ਕਿ ਭਗਵੰਤ ਮਾਨ ਦੀ ਸਰਕਾਰ ਦਾ ਕੰਮ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਕੰਮ? ਸਰਕਾਰ ਨੇ ਇੰਟਰਫੇਰੈਂਸ ਨਹੀਂ ਕਰਨਾ ਹੈ। ਨਹੀਂ ਸਮਝੇ? ਸਰਕਾਰ ਨੇ ਇੰਟਰਫੇਰੈਂਸ ਨਹੀਂ ਕਰਨਾ ਹੈ ਨਾ। ਲੇਕਿਨ ਸਰਕਾਰ ਨੇ SIT ਬਣਾਉਣ ਵਾਸਤੇ ਪ੍ਰਮੋਸ਼ਨ ਕੀਤਾ, ਓਬਲਾਈਜ ਕੀਤਾ ਕਿਸੇ ਨੂੰ ਕਿ ਨਹੀਂ ਕੀਤਾ ਜੀ? ਨਹੀਂ, ਉਹ ਸਰਕਾਰ ਨੇ ਕੀਤਾ। ਉਹ ਸਰਕਾਰ ਨੇ। ਇਹ ਸਰਕਾਰ ਕਿਉਂ ਪਿੱਠ ਥਾਪੜ ਰਹੀ ਹੈ ਜੇ ਸਰਕਾਰ ਨੇ ਇੰਟਰਫੇਰੈਂਸ ਨਹੀਂ ਕਰਨਾ? ਕਿ ਅਸੀਂ ਨਾਮ ਪਾਈ ਕਰਨਾ ਨਹੀਂ ਹੈ ਨਾ, ਅਸੀਂ ਨਾਮ ਪਾਈ। ਸਰਕਾਰ ਨੇ ਤਾਂ ਇੰਟਰਫੇਰੈਂਸ ਨਹੀਂ ਕਰਨਾ ਹੈ। ਆਰਡਰਾਂ ਦੇ ਵਿੱਚ ਲਿਖਿਆ ਹੋਇਆ ਹੈ, ਤੁਸੀਂ ਆਪ ਕਰ ਰਹੇ ਹੋ। ਨਹੀਂ, ਪਰ ਕੁਲਦੀਪ ਸਿੰਘ ਧਾਲੀਵਾਲ ਕਿਉਂ ਵਾਰ-ਵਾਰ ਜਾ ਕੇ, ਮੈਂ ਹੁਣ ਉਸ ਪਾਸੇ ਤੁਹਾਨੂੰ ਲੈ ਕੇ ਨਹੀਂ ਜਾਣਾ ਚਾਹੁੰਦਾ ਸੀ ਕਿਉਂਕਿ ਮੈਂ ਇੱਕ ਵਕੀਲ ਨਾਲ, ਇੱਕ ਸਾਬਕਾ IPS ਨਾਲ ਗੱਲ ਕਰ ਰਿਹਾ, ਨਾ ਕਿ ਮੌਜੂਦਾ ਵਿਧਾਇਕ ਨਾਲ। ਉਹ ਸਾਡੇ ਵਜ਼ੀਰ ਸਾਹਿਬ ਨੇ ਪੋਲੀਟੀਕਲ ਪਲੇਟਫਾਰਮ ਤੇ ਤੁਹਾਡੀਆਂ ਮਜਬੂਰੀਆਂ, ਉਹਨਾਂ ਨੇ ਜੋ ਕੁਝ ਕਹਿਣਾ ਸੀ ਉਹਨਾਂ ਨੇ ਕਹੀ। ਮੈਂ ਕੰਟਰਾਡਿਕਟ ਕਿਸੇ ਚੀਜ਼ ਨਹੀਂ ਕਰਾਂਗਾ। ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਇਹ ਕਿਹਾ ਸੀ ਕਿ ਇਹ ਕੰਟਰਾਡਿਕਸ਼ਨ ਦਾ ਮੈਟਰ ਨਹੀਂ ਹੈ ਕਿ ਤੁਸੀਂ ਕੁਝ ਕਹਿ ਲਿਆ, ਮੈਂ ਕੁਝ ਕਹਿ ਲਿਆ। ਮੈਂ ਇੱਕ ਚੀਜ਼ ਕਹੀ ਸੀ ਕਿ ਮੈਂ ਵੀ ਇੱਥੇ ਹਾਂ, ਤੁਸੀਂ ਵੀ ਇੱਥੇ ਹੋ, ਪੰਜਾਬ ਦੀ ਆਵਾਮ ਵੀ ਇੱਥੇ ਹੈ। ਇਨਸਾਫ ਮਿਲ ਜਾਏ ਤਾਂ ਮੈਨੂੰ ਦਿਖਾ ਦੇਣਾ ਜੀ। ਇੱਕ ਚਲਾਨ ਦੇਣ ਦੇ ਨਾਲ ਕੁਝ ਨਹੀਂ ਹੁੰਦਾ, ਲੇਕਿਨ ਇੱਕ ਚੀਜ਼ ਦਾ ਸੈਟੀਸਫੈਕਸ਼ਨ ਹੋਇਆ ਜੀ। ਹੌਲਦਾਰ ਰਛਪਾਲ ਸਿੰਘ ਜੀ ਵੱਲੋਂ ਰਿਟ ਦਾਇਰ ਕੀਤੀ ਗਈ ਸੀ। ਠੀਕ ਹੈ। ਇੱਕ ਹੋਰ ਪੁਲਿਸ ਅਫਸਰ ਨਾਲ ਸੀਗਾ ਜੀ, ਜਿਸ ਦੇ ਵਿੱਚ ਚਲਾਨ ਕੁਐਸ ਹੋਇਆ ਸੀ। ਤੁਸੀਂ ਪੂਰਾ 89 ਪੇਜ ਦਾ ਆਰਡਰ ਪੜ੍ਹ ਲਓ ਜਾਂ ਸਿੱਟ ਦੀ ਕਾਰਗੁਜ਼ਾਰੀ ਦੇਖ ਲਓ। ਹੌਲਦਾਰ ਰਛਪਾਲ ਸਿੰਘ ਜੀ ਦਾ ਨਾਂ ਕਿਸੇ ਥਾਂ ਤੇ ਆਇਆ ਹੋਵੇ ਜਾਂ ਉਹਨਾਂ ਨੂੰ ਕੋਈ ਰਿਲੀਫ ਮਿਲਿਆ ਹੋਵੇ ਤਾਂ ਮੈਨੂੰ ਦੱਸ ਦਿਓ। ਮਿਲਿਆ ਕਿਸ ਨੂੰ? ਦੋਸ਼ੀ ਪਰਿਵਾਰ ਨੂੰ। ਤੇ ਲਿਟੀਗੇਸ਼ਨ ਵੀ ਇੱਕ ਤਰੀਕੇ ਦੇ ਨਾਲ ਫਰੈਂਡਲੀ ਲਿਟੀਗੇਸ਼ਨ ਸੀਗਾ ਜੀ। ਠੀਕ ਹੈ ਕਿ ਨਹੀਂ? ਕਿ ਕੋਈ ਹੋਰ ਰਿਟ ਦਾਇਰ ਕਰਵਾ ਰਿਹਾ ਹੈ, ਸਾਹਮਣੇ ਕੋਈ ਹੋਰ ਹੈ।
ਠੀਕ ਹੈ ਉਹ ਤਾਂ ਹੁਣ ਵੀ ਸਾਹਮਣੇ ਹੋ ਰਿਹਾ। ਕੋਈ ਹੋਰ ਤੁਹਾਡੇ ਖਿਲਾਫ ਵੀ ਰਿਟਾਂ ਹੋਣ ਜਾ ਰਹੀਆਂ ਜੋ ਪਤਾ ਲੱਗ ਰਿਹਾ ਸਾਨੂੰ। ਨਹੀਂ ਨਹੀਂ ਚਲੋ ਉਹ ਜੋ ਮਰਜ਼ੀ ਕਰ ਲੈਣ, ਜਿੰਨਾ ਮੇਰੇ ਨਾਲ ਉਲਝਣਗੇ ਹੋਣਾ ਹੀ ਉਹਨਾਂ ਦਾ ਸਫਾਇਆ ਹੋਣਾ ਹੈ ਜੀ। ਠੀਕ ਹੈ ਨਾ, ਮੈਂ ਤਾਂ ਤਿਆਰ ਹਾਂ ਜੀ। ਮੈਂ ਤਾਂ ਉਦੋਂ ਤੋਂ ਕਹਿ ਰਿਹਾ ਕਿ ਤੁਸੀਂ ਆਓ ਤਾਂ ਸਹੀ, ਆ ਜਾਓ ਤੁਸੀਂ। ਮੈਂ ਤਾਂ ਬਾਰ-ਬਾਰ ਕਹਿ ਰਿਹਾ ਕਿ ਤੁਸੀਂ ਇੱਕ ਵਾਰੀ ਆਓ ਜੀ ਠੀਕ ਹੈ। ਅੱਜ ਵੀ ਤਾਂ ਮੈਂ 4-5 ਰਿਟਾਂ ਤੇ ਜਾਂ ਜੋ ਰਿਪੋਰਟ ਕੁਐਸ ਹੋਈ ਹੈ ਉਸ ਦੀ ਅਪੀਲ ਤਾਂ ਮੈਂ ਕੀਤੀ ਹੈ ਨਾ ਜੀ। ਫਿਰ ਅਪ੍ਰੈਲ ਮਹੀਨੇ ਦੇ ਵਿੱਚ ਡੇਟ ਹੈ, ਤਾਂ ਮੈਂ ਤਾਂ ਲੜਾਈ ਲੜ ਹੀ ਰਿਹਾ ਜੀ। ਜੀ ਜੀ ਮੈਂ ਲੜਾਈ ਲੜ ਰਿਹਾ ਹਾਂ ਔਰ ਮੇਰੀ ਲੜਾਈ ਜਾਰੀ ਰਹੇਗੀ। ਬੇਸ਼ੱਕ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਮੈਂ ਰੱਖ ਦਿੱਤੀ ਹੈ, ਉੱਥੇ ਟ੍ਰਾਇਲ ਚੱਲ ਰਿਹਾ ਹੈ, ਜੀ ਲੇਕਿਨ ਦੁਨਿਆਵੀ ਅਦਾਲਤਾਂ ਦੇ ਵਿੱਚ ਵੀ ਛੱਡਣਾ ਨਹੀਂ ਹੈ ਕਿਸੇ ਨੂੰ। ਮੈਂ ਕੀ ਕਿਹਾ ਸੀ ਕਿ ਜਦੋਂ ਤੱਕ ਸਾਹ ਚੱਲੂਗੀ ਲੜਾਈ ਇੱਧਰ ਵੀ ਜਾਰੀ ਰਹੂਗੀ। ਜੀ ਜੀ ਅਸੀਂ ਜੀ ਗੱਲ ਕੀਤੀ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨਾਲ, ਜੋ ਕਿ ਸਾਬਕਾ ਆਈਪੀਐਸ ਨੇ, ਵਕੀਲ ਨੇ ਤੇ ਇਸ ਵਕਤ ਵਿਧਾਇਕ ਨੇ ਸੱਤਾਧਾਰੀ ਧਿਰ ਦੇ। ਪਰ ਗੱਲ ਅਸੀਂ ਕਰ ਰਹੇ ਹਾਂ ਬਾਈਬਲ ਕਲਾਂ ਤੇ ਕੋਟਕਪੂਰਾ ਗੋਲੀकांड ਨੂੰ ਲੈ ਕੇ, ਜਿਸ ਦੇ ਵਿੱਚ ਇਸ ਵਕਤ ਜੋ ਡਿਵੈਲਪਮੈਂਟ ਆਪਾਂ ਸ਼ੁਰੂ 'ਚ ਕਹੀ ਸੀ ਕਿ ਬਾਦਲ ਪਰਿਵਾਰ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਤੇ ਡਿਪਟੀ ਸੀਐਮ ਉਸ ਵਕਤ ਦੇ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਮ ਆਉਣ ਤੋਂ ਬਾਅਦ ਜੋ ਸਿਆਸਤ ਜਿਹੜੀ ਉਸਨੇ ਗਰਮੀ ਫੜੀ ਹੈ ਜਾਂ ਇਨਸਾਫ ਹੋਵੇਗਾ ਨਹੀਂ ਹੋਵੇਗਾ, ਇਹ ਚਰਚਾ ਛਿੜੀ ਹੈ। ਇਸ ਵਾਸਤੇ ਇਹ ਜਿਹੜੀ ਗੱਲਬਾਤ ਹੈ ਇਹ ਮਹੱਤਵਪੂਰਨ ਸੀ ਸਾਡੀ ਕਰਨੀ। ਇਹਨੂੰ ਤੁਸੀਂ ਅਗਰ ਅੱਧ ਚੋਂ ਜਾਂ ਹੁਣ ਸੁਣਨਾ ਸ਼ੁਰੂ ਕੀਤਾ ਹੈ ਤਾਂ ਦੁਬਾਰਾ ਜ਼ਰੂਰ ਸੁਣਿਓ। ਇਸ 'ਚ ਅਸੀਂ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਨਾਮ ਆਣਾ ਨਾ ਆਣਾ ਐਡਾ ਮਹੱਤਵਪੂਰਨ ਨਹੀਂ ਹੈ। ਜਾਂਚ ਦੇ ਆਧਾਰ ਕੀ ਰਹੇ ਨੇ, ਜਾਂਚ ਕਿਹੜੇ ਪੜਾਵਾਂ 'ਚੋਂ ਲੰਘੀ ਹੈ, ਜਾਂਚ ਨੂੰ ਕਿਸ ਤਰ੍ਹਾਂ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਸ ਤਰ੍ਹਾਂ ਰਾਜਨੀਤਿਕ ਤੌਰ ਦੇ ਉੱਤੇ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਕਾਰਨ ਹੀ ਸ਼ਾਇਦ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਸਦਨ 'ਚ ਬੋਲਿਆ ਹੈ ਕਿ 200 ਸਾਲ ਲੱਗਣਗੇ ਇਨਸਾਫ ਮਿਲਣ ਨੂੰ, ਜਿਹਦਾ ਮਤਲਬ ਹੈ ਕਿ ਇਨਸਾਫ ਸ਼ਾਇਦ ਮਿਲਣਾ ਨਹੀਂ। ਬਹੁਤ ਸ਼ੁਕਰੀਆ ਸਰ। ਥੈਂਕ ਯੂ ਜੀ, ਥੈਂਕ ਯੂ।